ਹਿਰਦੈ ਧਿਆਵੋ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ। ਗੁਰੂ ਹਰਿਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼ੁਭ ਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਵਿਸਾਲਾ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾਪੁਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ ਬੰਦੋਂ ਬਾਰ ਬਾਰ ਜਗਦੀਸਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਲੱਗੇ ਦੀਵਾਨਾਂ ਅੰਦਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਮਨੁੱਖਾ ਜੀਵਨ ਦਾ ਜਿਹੜਾ ਪ੍ਰਯੋਜਨ ਹੈ ਉਸ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਤਾਈਂ ਸੁਰਤ ਪਹੁੰਚ ਜਾਏ, ਇਹਦੇ ਲਈ ਪਰਮੇਸ਼ਰ ਦੀ ਗੱਲ ਨੂੰ ਸੁਣਨਾ, ਸਤ ਸੰਗਤ ਵਿੱਚ ਬੈਠਣਾ, ਇਹ ਬੜਾ ਸਹਾਈ ਤੇ ਜ਼ਰੂਰੀ ਤੱਤ ਹੈ। ਜਿਵੇਂ ਬੱਚਾ ਜਦੋਂ ਤਾਈਂ ਸਕੂਲ ਦੇ ਵਿੱਚ ਕਲਾਸ ਵਿੱਚ ਨਹੀਂ ਬੈਠੇਗਾ, ਜਦੋਂ ਤਾਈਂ ਕਲਾਸ ਦੇ ਮਾਹੌਲ ਵਿੱਚ ਨਹੀਂ ਬੈਠੇਗਾ, ਉਹਦੀ ਜ਼ਿੰਦਗੀ ਵਿੱਚ ਬਦਲਾਅ ਆਉਣਾ ਅਸੰਭਵ ਹੈ। ਇਸ ਕਰਕੇ ਜੇ ਪਰਮੇਸ਼ਰ ਦੇ ਬਾਰੇ ਜਾਣਨਾ ਹੈ, ਪਰਮੇਸ਼ਰ ਦੇ ਬਾਰੇ ਸਮਝ ਲੈਣੀ ਹੈ, ਫਿਰ ਜਿੱਥੇ ਪਰਮੇਸ਼ਰ ਦੀ ਗੱਲ ਹੁੰਦੀ ਹੋਏ ਉੱਥੇ ਬੈਠਣਾ ਬਹੁਤ ਜ਼ਰੂਰੀ ਹੈ। ਉਸ ਥਾਂ ਤੇ ਬੈਠ ਕਰਕੇ ਪਰਮਾਤਮਾ ਦੀ ਸਮਝ ਲੱਗਦੀ ਹੈ। ਆਪਾਂ ਕਈ ਵਾਰੀ ਅਰਦਾਸ ਦੇ ਵਿੱਚ ਇਹ ਸ਼ਬਦ ਪੜ੍ਹਦੇ ਹਾਂ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਹੇ ਪ੍ਰਮਾਤਮਾ ਜੀ, ਗੁਰੂ ਸਾਹਿਬ ਕਿੱਡੀ ਨਿਮਰਤਾ ਦੇ ਨਾਲ ਕਿੱਡਾ ਬੇਨਤੀ ਦਾ ਸ਼ਬਦ ਕਹਿੰਦੇ ਨੇ। ਹੇ ਪ੍ਰਮਾਤਮਾ, ਦੁਨੀਆ ਦੇ ਉੱਤੇ ਜੇ ਮਨੁੱਖ ਦਾ ਕੋਈ ਮਾਲਕ ਹੈ, ਜਿੰਨੀ ਇਹ ਸ੍ਰਿਸ਼ਟੀ ਰਚੀ ਹੋਈ ਹੈ, ਜਿੰਨੇ ਵੀ ਜੀਵ ਦੁਨੀਆ 'ਤੇ ਨੇ, ਇਹਨਾਂ ਨੂੰ ਚਲਾਉਣ ਵਾਲਾ ਕੋਈ ਹੈ, ਜੇ ਇਹਨਾਂ ਦਾ ਕੋਈ ਮਾਲਕ ਹੈ, ਉਹ ਪਰਮੇਸ਼ਰ ਹੈ, ਪਰਮਾਤਮਾ ਹੈ। ਉਹਨੂੰ ਭਗਵਾਨ ਵੀ ਕਿਹਾ ਜਾਂਦਾ ਹੈ, ਰੱਬ ਕਿਹਾ ਜਾਂਦਾ ਹੈ, ਅੱਲਾਹ ਕਿਹਾ ਜਾਂਦਾ ਹੈ, ਅਗੰਮ ਕਿਹਾ ਜਾਂਦਾ ਹੈ, ਨਾਰਾਇਣ ਕਿਹਾ ਜਾਂਦਾ ਹੈ, ਹਰੀ ਕਿਹਾ ਜਾਂਦਾ ਹੈ, ਬੀਠਲ ਕਿਹਾ ਜਾਂਦਾ ਹੈ। ਬਾਣੀ ਕਹਿੰਦੀ ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਹੇ ਪ੍ਰਮਾਤਮਾ, ਇਹ ਜੀਵ ਕਿੰਨੇ ਕੁ ਤੇਰੇ ਨਾਮ ਗਿਣੇ, ਕਿੰਨੇ ਕੁ ਤੇਰੇ ਅੰਦਰ ਗੁਣ ਨੇ। ਇਹ ਜੀਵ ਇੰਨੀ ਸਮਰੱਥਾ ਨਹੀਂ ਇਹ ਜੀਵ ਦੇ ਵਿੱਚ ਤੇਰੇ ਇਹ ਗੁਣਾਂ ਨੂੰ ਗਾ ਸਕੇ, ਜਿਹਨੂੰ ਮਹਾਰਾਜ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨਾਨਕ ਕਾਗਤ ਲਖ ਮਣਾ, ਪੜ ਪੜ ਕੀਚੈ ਭਾਓ, ਮਸੂ ਤੋਟ ਨਾ ਆਵਈ ਲੇਖਣ ਪਾਉਣ ਚਲਾਓ, ਭੀ ਤੇਰੀ ਕੀਮਤ ਨਾ ਪਵੈ ਹਉ ਕੇਵੜ ਆਖਾਂ ਨਾਉ। ਲੱਖਾਂ ਮਣ ਕਾਗਜ਼ ਹੋਣ, ਉਹਨਾਂ ਨੂੰ ਪੜ ਪੜ ਕੇ ਭਾਓ,
ਉਹਦੇ ਵਿੱਚ ਲੱਖਾਂ ਹੀ परमात्मा ਦੇ ਗੁਣ ਲਿਖੇ ਹੋਣ ਤੇ परमात्मा ਦੇ ਗੁਣ ਲਿਖਣ ਵਾਸਤੇ ਹੱਥ ਨਾ ਚਲਾਏ ਜਾਣ। महाराज कहते ने जिहड़ी हवा चलती है, हवा लिखना शुरू करे परमात्मा के गुण। और हवा कितनी तेज चलती है, कहते हवा भी बार बार इनू इवें कह लो, जे वायु देवता भी उहदे गुण लिखने शुरू करे, परमात्मा के गुण नहीं लिखे जा सकते। वो किड्डा वड्डा है, किवें परमात्मा मनुख दे विच सहाई हो जाता है, ये किसी नूं नहीं पता। इस करके महाराज कहते ने जदों मनुख हार जाता है, हारे होयां दा सहारा फिर परमात्मा बनता है। महाराज बाणी दे विच कहंदे ने, जाको मुश्किल अत बनै ढोई कोई ना दे, लागू होए दुश्मना साक पी भज खले, भजै सबो आसरा चूकै सब असराओ, चित आवै उस पार ब्रह्म लगै ना तत्ती वाओ। जदों सारी तरफों तो मनुख नूं जवाब मिल जाए, सारी रिश्तेदार उहदा साथ छड़ जाण, बरादरी भाईचारा सारे ही उहनूं छड़ जाण, जे उस दिन भी किते मनुख नूं परमात्मा याद आ जाए, कहंदे परमात्मा इड्डा दयालु है, उस दिन भी उहदी बांह फड़ लैंदा है। उस दिन भी इस करके भगत नामदेव जी ने कहा, कहते परमात्मा ने ऐसे ऐसे लोगों का पार उतारा किया है जिन्हों ने कदे जिंदगी में जप नहीं किया, तप नहीं किया, वड्डी कुल विचों भी नहीं सन ते कर्म भी चंगे नहीं सन, पर जिस दिन परमात्मा का नाम लिया उस दिन परमात्मा ने उन्हों का पार उतारा कर दिता। जपहीन तपहीन कुलहीन क्रमहीन नामे के स्वामी तेऊ तरे। जिन्हां दे वड्डी कुल विच जन्म नहीं होया, भगत रविदास जी दुनिया के अनुसार दुनिया मनदी सी, जिन्हां दा वड्डी कुल च जन्म हुंदा है, पार उतारा उन्हां दा हुंदा है, ज्ञान उन्हां नूं आउंदा है। पर भगत रविदास जी ने हमेशा हरी हरी जपदे रहे, हरी हरी जपदियां एक दिन हरी दा रूप हो गए। हरी निरभौ है, हरी निर्वैर है। साध संगत जिहड़ा बंदगी करदा है निर्वैर हो जाता है, निरभौ हो जाता है, अपने आप को शरीर के मोह तो उच्चा चक लैंदा है। सो इस करके सत संगत विच आके मनुख नूं सत ते असत का पता लगता है, जिंदगी च सच्चाई की है झूठ की है, इस चीज़ का ज्ञान हुंदा है। आओ हुण जिवें गुरु साहिब जी की कथा चल रही है, बड़े प्रेम अदब नाल श्रवण करिए। आरंभ करन तो पहला गुरु जी वल्लों बख्शे हुए गुरु मंत्र नाल सांझ पाइए। सतनाम श्री वाहे गुरु साहिब जी, सतनाम श्री वाहे गुरु साहिब जी। जे मेरे पर अनुकूल, जेकर मेरे पर अनुकूल, परख देहो कछ करो कबूल। क्योंकि अकबर बादशाह महाराज जी के दरबार में आया, गुरु साहिब जी का चेहरे नूं वेख्या, बंदगी नूं वेख्या। क्योंकि साध संगत गुरबाणी कहती है, जिन्हें अपनी इंद्रियां नूं जित लिया ऐसा मनुख करोड़ां विच एक हुंदा है। और जिहदा अपनियां इंद्रियां ते काबू है, जिसका अपने आप के उत्ते काबू है, जिसका मन के उत्ते काबू है, उस मनुख की वेखनी सुननी बोलनी ये वखरी हो जाती है। उस दे काम करन दा तरीका, दुनिया में रहन ते सहन का तरीका वखरा हो जाता है। क्योंकि परमात्मा नाल जुड़े मनुख की कोई तो पछाण होनी चाहिए है। जिवें सवेरे असीं सुखमणी साहिब जी की पंक्ति लै रहे सी, मिथ्या ना ही रसना परस, मन मह प्रीत निरंजन दरस। उस मनुख की की पछाण है, जेड़ा झूठ है वो जीभ थाणी नहीं बोलता। मिथ्या ना ही रसना परस, वो जीभ दे थाणी पदार्थां की वडियाई नहीं करता। इस जीभ दे थाणी किसी मनुखा की वडियाई नहीं करेगा, सिर्फ परमेश्वर की वडियाई। वड्डे कियां वडियाइयां किश कहना कहन ना जाए। सिर्फ उस वड्डे परमात्मा दीयां वडियाइयां ही वो मनुख करता है।
दुनिया की वडियाई नहीं करेगा, हमेशा परमात्मा की गल करेगा और अपनी जीभ दे थानी, ये जिहवा दे थानी कदे झूठ नहीं बोलेगा। भाव झूठ का मतलब कि दुनियावी तौर पर जिन्ना कुछ भी है उन्होंने समझ आ जाता है, हमेशा जिथे भी बहेगा परमेश्वर की सच्चाई की गल करेगा, दुनिया च सच की है। इस करके गुरु साहब जी की आवा नूं वेखदिआं अकबर बादशाह कहता, क्योंकि साध संगत असल दे विच जिहड़ा एक राजनीतिक बंदा हुंदा है दिमागी तौर पर बहुत अगे पहुंचया होया हुंदा है, भावें कि दिली तौर पर उहदे विच दया होए भावें ना होए, पर दिमागी तौर पर बड़ी अगे पहुंचया हुंदा है। और बड़ियां आउण वालियां 2-2 महीनों दियां जिहड़ियां आउण वाले 10 सालां च घटनावां हुंदियां ने, कई बारी राजनीतिक बंदा भी इन्नी सुरत का मालक हुंदा है, पहलां भांप लैंदा है। वो वक्री गल है, वो अपनी बुद्धि नूं अपने निजी फायदे लई वरतदा है। इवें जिहड़ा ब्रह्म ज्ञानी हुंदा है बुद्धि उहदे विच भी बहुत ज़्यादा हुंदी है, दिमाग उहदा भी बड़ी अगे पहुंचया हुंदा है, पर वो अपनी दिमाग नूं अपने फायदे लई नहीं वरतदा, दुनिया के फायदे लई वरतदा है। जो कुछ भी उन्हें करना है, जिन्नी भी अगली गल भी करनी है तो दुनिया के फायदे लई, उहदे अंदर तरस हुंदा है, उहदे अंदर दया हुंदी है। इस करके साहब जी महाराज अकबर ने, क्योंकि बड़े हिसाब नाल गुरु साहब जी के आभा नूं वेखिया, क्योंकि गुरु की आभा का अर्थ किसी सतपुरुष की आभा का उस मनुख नूं पता लगता है जिहदे अंदर थोड़ा जा परमात्मा की कणी होए। साध संगत जिवें पत्थर हुंदा ना, पत्थर के उत्ते बार बार पानी पाई जाओ, पत्थर कदी भी नहीं भिजदा, पत्थर ते कोई असर नहीं पानी का, जिन्ना मर्जी पाई जाओ। इवें जिहड़ा मनुख कठोर हो गया है, जिन्हों अपनी मत का मान हो गया है, अपने दिमाग का मान है, उहदे ते परमेश्वर दियां जिन्नियां मर्जी पंक्तियां उन्होंने दसी चलो, उहदे ते परमेश्वर की बाणी का कोई असर नहीं। परमेश्वर दियां जिन्नी मर्जियां गल्लां करी जाओ, उन्हें अपनी मत नूं उच्चा रखना है हमेशा। परमेश्वर की बंदगी का, परमेश्वर के कहे हुए कथा कीर्तन का असर उस मनुख ते हुंदा है जिहदी बुद्धि थोड़ी जी सूखम है, जिहदी बुद्धि हजे तक समाज दे रसां कसां विच जुड़ी हुई है, वो परमेश्वर की बाणी नूं नहीं समझ पाएगा। परमेश्वर के कहे हुए बोल उन्होंने नहीं पाउणगे। इस करके गुरु साहब महाराज जी के कहे हुए बोल बड़े ऐसे मनुख सन, जहांगीर वर्गे, चंदू वर्गे, जिहड़े दिमागी तौर पर हंकारी सन, कठोर सन, गुरु अर्जन साहब जी की आभा नूं नहीं समझ पाए। तत्ती तवी ते महाराज बैठे ने, उन्हां दे सामने ऐसे भी होए ने। एक फकीर की कही हुई गल नूं हरेक कोई नहीं समझ पाता। साध संगत गुरु की बाणी नूं, फकीर की गल नूं फड़न वास्ते सूखमता चाहिए है, गंभीर होना चाहिए है। पहली शर्त ही यह है, जिहड़ा मनुख गंभीर नहीं है वो कभी समझ नहीं पाएगा, क्योंकि परमात्मा गंभीर है। वड्डे मेरे साहिबा गहिर गंभीरा, गुणी गहीरा, कोई ना जाने तेरा केता केवड़ चीरा। ये परमात्मा तू किन्ना गंभीर है, ये बारे कोई नहीं जानता। इस करके अकबर ने महाराज जी की आभा नूं जान लिया, तो महाराज नूं कहंदा, महाराज कुछ मैं देना चाहुंदा इत्थे, जे तुसी कबूल करो कि मैं तुहाडे सामने कोई भेटा अर्पण कर सकदा हाँ। जो सेवा तुमरी होए जाए, मनहु सकल शांति मुझे आए। महाराज मैं अपने आप से शांति महसूस करांगा, तुहाडे इत्थे सेवा करके मेरे अंदर नूं शांति प्राप्त होएगी। विकस प्रभु मुख कांसो कही, केसु बस्त की ख्वास न रही। साध संगत ये हुंदी है पहचान पहुंचे हुए मनुख की। गुरु साहब कहंदे ने अकबर सानू तो किसी चीज़ की ख्वाहिश नहीं, सानू तो ये नहीं भी इत्थे वड्डे तो वड्डा किते डेरा बन जाए, सानू ये नहीं वड्डे तो वड्डा किते साडा साजो समान बने, ऐसी ख्वाहिश नहीं है। साध संगत असल दे विच बाणी महाराज कहंदे ने ब्रह्म ज्ञानी वही हुंदा है जिहदे अगे कोई लखां धर जाए तां कुछ नहीं, तो लखां चुक के लै जाए तां कुछ नहीं, इस अवस्था का मालक हुंदा है। जिवें गुरु नानक साहब महाराज जी दे कोल एक सिख आया, कहंदे महाराज संत कौन हुंदा है?
ਸਾਨੂੰ ਉਹਦੇ ਬਾਰੇ ਦੱਸੋ। ਗੁਰੂ ਸਾਹਿਬ ਕਹਿੰਦੇ ਨੇ ਫਲਾਣੇ ਦਰਖਤ ਦੇ ਥੱਲੇ ਜਾ, ਉੱਥੇ ਕੋਈ ਬੈਠਾ, ਉਹਨੂੰ ਵੇਖੀ। ਉਹ ਜਾ ਕੇ ਬੈਠ ਗਿਆ। ਉੱਥੇ ਇੱਕ ਸੰਤ ਜੀ ਬੈਠੇ ਨੇ। ਇੱਕ ਮਨੁੱਖ ਆਇਆ, ਹੀਰਿਆਂ ਦਾ ਵਪਾਰੀ, ਸੋਨੇ ਦਾ ਵਪਾਰੀ। ਉਹਦੇ ਸਾਹਮਣੇ ਸੋਨੇ ਦੀਆਂ ਮੋਹਰਾਂ ਲੱਗ ਗਿਆ। ਸੰਤ ਅਡੋਲ ਹੋ ਕੇ ਬੈਠਾ। ਉਹ ਰੱਖ ਕੇ ਚਲਾ ਗਿਆ। ਉਹਨੂੰ ਕੋਈ ਉਹਨੇ ਵਰ ਸ਼ਰਾਬ ਕੁਛ ਨਾ ਦਿੱਤਾ, ਬੈਠਾ ਰਿਹਾ। ਇੰਨੀ ਦੇਰ 'ਚ ਪਰਾਂ ਚੋਰ ਆ ਗਏ। ਚੋਰ ਆਏ ਨੇ, ਉਹ ਚੁੱਕ ਕੇ ਲੈ ਗਏ ਨੇ। ਉਹਨੇ ਫਿਰ ਵੀ ਕੁਛ ਨਾ ਬੋਲਿਆ। ਕਹਿੰਦਾ ਮਹਾਰਾਜ, ਐਸਾ ਮਨੁੱਖ ਜਿਹਦੇ ਅੱਗੇ ਸੋਨਾ ਪਿਆ ਹੈ, ਵੇਖ ਕੇ ਉਹਦੇ ਅੰਦਰ ਕੋਈ ਤ੍ਰਿਸ਼ਨਾ ਹੀ ਨਹੀਂ। ਇਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹਦੇ ਵਾਸਤੇ ਕੰਚਨ ਮਹਿੰਗਾ ਨਹੀਂ, ਤੇ ਉਹਦੇ ਵਾਸਤੇ ਮਿੱਟੀ ਇਹ ਨਹੀਂ ਮਿੱਟੀ ਸਸਤੀ। ਉਹਦੇ ਵਾਸਤੇ ਕੰਚਨ ਤੇ ਮਿੱਟੀ ਬਰਾਬਰ ਹੈ। ਉਹਦੇ ਵਾਸਤੇ ਜੋ ਕੁਝ ਹੋ ਰਿਹਾ ਉਹਨੂੰ ਇਹ ਪਤਾ ਹੈ, ਜੋ ਕੁਝ ਮੈਨੂੰ ਮਿਲਣਾ ਹੈ ਉਹ ਮਿਲ ਹੀ ਜਾਣਾ ਹੈ, ਜੋ ਕੁਝ ਨਹੀਂ ਮਿਲਣਾ ਉਹ ਨਹੀਂ ਮਿਲਣਾ। ਸਾਧ ਸੰਗਤ, ਬੜੀ ਵਾਰੀ ਘਰ ਆਈਆਂ ਵਸਤੂਆਂ ਘਰੋਂ ਚਲੀਆਂ ਜਾਂਦੀਆਂ ਨੇ। ਕਈ ਵਾਰੀ ਐਸਾ ਹੁੰਦਾ ਜਿਨ੍ਹਾਂ ਚੀਜ਼ਾਂ ਦੀ ਆਸ ਵੀ ਨਹੀਂ ਕੀਤੀ, ਸੋਚਿਆ ਵੀ ਨਹੀਂ, ਉਹ ਘਰਾਂ ਵਿੱਚ ਆ ਜਾਂਦੀਆਂ ਨੇ। ਐਸਾ ਹੁੰਦਾ ਹੈ। ਕਈ ਵਾਰੀ ਮਨੁੱਖ ਆਪਣੀ ਜ਼ਿੰਦਗੀ ਸੋਚਦਾ ਮੇਰੀ ਜ਼ਿੰਦਗੀ ਤੇ ਸੰਤਾਪਾਂ 'ਚ ਹੀ ਗੁਜ਼ਰੇਗੀ, ਤੇ ਜ਼ਿੰਦਗੀ ਏਡੀ ਖੁਸ਼ ਨਸੀਬ ਹੋ ਜਾਂਦੀ ਹੈ, ਉਹ ਕਦੇ ਸੋਚਿਆ ਵੀ ਨਹੀਂ ਹੁੰਦਾ। ਔਰ ਕਈ ਵਾਰੀ ਸਾਧ ਸੰਗਤ ਐਸਾ ਵੀ ਹੁੰਦਾ ਹੈ, ਉਹਨੂੰ ਇਹ ਵਿਸ਼ਵਾਸ ਹੁੰਦਾ ਹੈ ਮੇਰੀ ਜ਼ਿੰਦਗੀ ਤੇ ਹੁਣ ਬੜੀ ਵਧੀਆ ਲੰਘੇਗੀ, ਜ਼ਿੰਦਗੀ ਸੰਤਾਪਗ੍ਰਸਤ ਹੋ ਜਾਂਦੀ ਹੈ। ਇਹ ਵੀ ਕੋਈ ਪਤਾ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਜੀ ਨੂੰ ਕਹਿੰਦਾ, ਮਹਾਰਾਜ ਜੀ ਕਹਿੰਦੇ ਨੇ, ਭਾਈ ਸਾਡੇ ਅੰਦਰ ਕਿਸੇ ਵੀ ਵਸਤੂ ਦੀ ਕੋਈ ਵੀ ਖੁਆਇਸ਼ ਨਹੀਂ ਹੈ। ਦੀਏ ਗੁਰੂ ਨੇ ਅਟੁੱਟ ਭੰਡਾਰੂ, ਖਰਚਤ ਖਾਵਤ ਪਾਏ ਨਾ ਪਾਰੂ। ਮਹਾਰਾਜ ਕਹਿੰਦੇ ਸਾਡੇ ਗੁਰੂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ, ਸਾਨੂੰ ਅਟੁੱਟ ਭੰਡਾਰ ਦਿੱਤੇ ਨੇ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨਾ। ਮਹਾਰਾਜ ਬਾਣੀ 'ਚ ਕਹਿੰਦੇ ਨੇ ਇਹ ਚੀਜ਼, ਪਿਓ ਦਾਦੇ ਨੇ ਬੜਾ ਅਖੁੱਟ ਖਜ਼ਾਨਾ ਦਿੱਤਾ ਹੋਇਆ ਹੈ, ਬੰਦਗੀ ਦਾ, ਨਾਮ ਦਾ। ਸਾਡੇ ਕੋਲ ਉਹੀ ਖਜ਼ਾਨਾ ਬੜਾ ਹੈ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਸਾਹ ਸਹਿਤ ਉਮਰਾਵਣ ਫੇਰ, ਬੇਰ ਬੇਰ ਕਹਿ ਕਰੋ ਨਾ ਫੇਰ। ਮਹਾਰਾਜ ਜੀ ਨੂੰ ਫਿਰ ਵੀ ਰਾਜਾ ਦੁਬਾਰਾ ਕਹਿੰਦਾ, ਮਹਾਰਾਜ ਮੋੜੋ ਨਾ। ਦੁਬਾਰਾ ਗੁਰੂ ਜੀ ਅੱਗੇ ਬੇਨਤੀਆਂ ਕਰ ਰਹੇ ਹਨ। ਕੇਤਕ ਗ੍ਰਾਮ ਕੋ ਪਟਾ ਲਿਖਵਾਏ, ਸ੍ਰੀ ਸਤਿਗੁਰ ਕੇ ਚਰਨ ਚੜਾਏ। ਕਈ ਪਿੰਡਾਂ ਦਾ ਨਾ ਪਟਾ ਲਿਖ ਕੇ, ਭਾਵ ਕਈ ਪਿੰਡਾਂ ਦੀ ਮਲਕੀਅਤ ਲਿਖ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਰੱਖ ਦਿੱਤੀ। ਸਾਧ ਸੰਗਤ, ਕਈ ਵਾਰੀ ਕਈ ਮਨੁੱਖ ਨੂੰ ਇਹ ਹੁੰਦਾ ਹੈ, ਤਾਂ ਹੀ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਗੁਰੂ ਦੇ ਸਾਹਮਣੇ, ਕਿਸੇ ਵੀ ਫਕੀਰ ਦੇ ਸਾਹਮਣੇ ਕਦੀ ਭੇਟਾ ਦਾਨ ਨਹੀਂ ਹੋ ਸਕਦਾ। ਮੈਂ ਫਿਰ ਕਹਿ ਦਿਆਂ, ਗੁਰਦੁਆਰਿਆਂ ਮੰਦਰਾਂ ਵਿੱਚ ਕਦੇ ਦਾਨ ਨਹੀਂ ਹੋ ਸਕਦਾ, ਦਾਨ ਲਿਖਣਾ ਵੀ ਨਹੀਂ ਚਾਹੀਦਾ। ਇੱਥੇ ਤੇ ਭੇਟਾਵਾਂ ਨੇ ਆਪਣੀ ਖੁਸ਼ੀ ਦੀਆਂ, ਦਿੱਤਾ ਹੀ ਉਹਦਾ ਹੈ। ਇਹਨਾਂ ਥਾਵਾਂ ਤੇ ਉਹਦਾ ਹੀ ਦਿੱਤਾ ਹੈ। ਮਨੁੱਖ ਕੋਲ ਜੋ ਕੁਝ ਵੀ ਹੈ ਆਪਣਾ ਨਹੀਂ ਹੈ, ਸਰੀਰ ਉਹਦਾ ਹੈ। ਫਿਰ ਜਿਹੜਾ ਧਨ ਕਮਾਇਆ ਉਹ ਵੀ ਉਹਦਾ, ਮਨ ਵੀ ਉਹਦਾ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬਹਾਦਰ ਸ਼ਾਹ ਜ਼ਫਰ ਸੱਚੇ ਪਾਤਸ਼ਾਹ ਨੂੰ ਦੱਖਣ ਦੇ ਵਿੱਚ ਗਏ ਮਹਾਰਾਜ, ਉੱਥੇ ਕਹਿੰਦਾ ਹੀਰਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਿਆ। ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਹੀਰਾ ਲਓ। ਨਾਲ ਹੀ ਨਾ ਉੱਥੇ ਗੁਰਦੁਆਰਾ ਹੀਰਾ ਘਾਟ, ਗੋਦਾਵਰੀ ਦੇ ਨਾਲ ਹੀ ਹੈ, ਨਾਂਦੇੜ ਕਦੇ ਵੀ ਆਪ ਜਾਓ। ਮਹਾਰਾਜ ਜੀ ਨੇ ਹੀਰਾ ਫੜਿਆ, ਹੀਰਾ ਫੜ ਕੇ ਗੋਦਾਵਰੀ ਵਿੱਚ ਸੁੱਟ ਦਿੱਤਾ। ਬਹਾਦਰ ਸ਼ਾਹ ਕਹਿੰਦਾ, ਮੈਨੂੰ ਇਵੇਂ ਲੱਗਦਾ ਗੁਰੂ ਨੂੰ ਹੀਰਿਆਂ ਬਾਰੇ ਪਤਾ ਹੀ ਨਹੀਂ। ਹੀਰਿਆਂ ਦੀ ਕੀ ਕਦਰ ਹੁੰਦੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਅੰਤਰਜਾਮੀ ਨੇ, ਅੰਦਰ ਦੀਆਂ ਜਾਣਦੇ ਨੇ। ਕਹਿੰਦੇ ਨੇ, ਬਹਾਦਰ ਸ਼ਾਹ ਤੂੰ ਇਹ ਸਮਝ ਰਿਹਾ, ਐਵੇਂ ਕਰ ਭਾਈ, ਤੇਰਾ ਹੀਰਾ ਨਾ ਗੋਦਾਵਰੀ ਵਿੱਚ ਪਿਆ, ਜਾ ਕੇ ਕੱਢ ਲੈ। ਬਹਾਦਰ ਸ਼ਾਹ ਗੋਦਾਵਰੀ ਵਿੱਚ ਗਿਆ। ਜਾ ਕੇ ਕੀ ਵੇਖਦਾ, ਉੱਥੇ ਜਿੰਨੇ ਪੱਥਰ ਨੇ ਉਹ ਵੀ ਉਹਨੂੰ ਹੀਰੇ ਹੀ ਲੱਗਦੇ ਨੇ। ਕਹਿੰਦਾ, ਮੈਂ ਤੇ ਇੱਕ ਭੇਟਾ ਕੀਤੇ, ਤੇਰੇ ਕਈ ਹੀਰੇ ਪਏ ਨੇ। ਵਾਪਸ ਆਇਆ, ਮਹਾਰਾਜ ਜੀ ਅੱਗੇ ਨਮਸਕਾਰ ਕੀਤੀ। ਅੱਜ ਵੀ ਗੁਰਦੁਆਰਾ ਹੈ ਉੱਥੇ ਹੀਰਾ ਘਾਟ। ਕਹਿੰਦਾ, ਮਹਾਰਾਜ ਮੈਂ ਤੁਹਾਡੇ ਅੰਦਰ ਦੀ ਗੱਲ ਨਹੀਂ ਜਾਣ ਸਕਿਆ। ਇਸ ਕਰਕੇ ਕਦੀ ਵੀ ਗੁਰੂ ਪੀਰ ਦੇ ਅੱਗੇ ਕੋਈ ਵੀ ਦਾਨ ਨਹੀਂ ਹੋ ਸਕਦਾ, ਨਾ ਕੋਈ ਦਾਨ ਅੱਜ ਤਾਈਂ ਕਰ ਹੀ ਸਕਿਆ ਹੈ। ਤਾਂ ਹੀ ਬਾਣੀ ਕਹਿੰਦੀ ਹੈ, ਕਦੇ ਵੀ ਜ਼ਿੰਦਗੀ ਵਿੱਚ ਵਰਤ ਰੱਖ ਕੇ, ਵਰਤ ਦਾ ਮਤਲਬ ਕੋਈ ਵੀ ਸ਼ੁਭ ਕਰਮ ਕਰਕੇ,
ਤੇ ਜ਼ਿੰਦਗੀ ਵਿੱਚ ਕਦੇ ਵੀ ਦਾਨ ਕਰਕੇ ਇਹ ਨਾ ਕਹੀਂ ਮੈਂ ਕੀਤਾ ਹੈ। ਕਦੇ ਵੀ ਕਿਸੇ ਤੀਰਥ ਸਥਾਨ ਦੇ ਸਤ ਸੰਗਤ ਵਿੱਚ ਜਾ ਕੇ ਇਹ ਨਾ ਕਹੀਂ ਮੈਂ ਗਿਆ ਸੀ। ਕਿਉਂ? ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਜੇ ਕਿਤੇ ਗੁਮਾਨ ਧਰ ਲਿਆ ਦਾਨ ਕਰਕੇ ਵੀ, ਫਿਰ ਉਹ ਦਾਨ ਪੁੱਠਾ ਪੈ ਜਾਏਗਾ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਹਾਥੀ ਨੂੰ ਕਦੇ ਇਸ਼ਨਾਨ ਕਰਦੇ ਵੇਖਿਆ ਸਾਧ ਸੰਗਤ? ਹਾਥੀ ਪਹਿਲਾਂ ਨਦੀ ਵਿੱਚ ਵੜਦਾ ਹੈ, ਇਸ਼ਨਾਨ ਕਰਦਾ ਹੈ, ਬਾਹਰ ਆ ਕੇ ਜਿੰਨੀ ਮਿੱਟੀ ਪਈ ਹੁੰਦੀ ਹੈ ਸੁਣਨ ਨਾਲ ਸਾਰੀ ਮਿੱਟੀ ਫਿਰ ਆਪਣੇ ਤੇ ਪਾ ਲੈਂਦਾ। ਜੇ ਕੋਈ ਹਾਥੀ ਨੂੰ ਪੁੱਛੇ ਤੇਰਾ ਇਸ਼ਨਾਨ ਕਰਨ ਦਾ ਕੀ ਫਾਇਦਾ, ਇਹ ਤੋਂ ਚੰਗਾ ਨਹੀਂ ਕਰਦਾ। ਮਿੱਟੀ ਨਾਲ ਪਹਿਲਾਂ ਵੀ ਲਿਬੜਿਆ ਹੋਇਆ ਸੀ, ਹੁਣ ਫਿਰ ਮਿੱਟੀ ਨਾਲ ਲਿਬੜ ਗਏ। ਕਹਿੰਦੇ ਸਾਧ ਸੰਗਤ ਮਨੁੱਖ ਹਉਮੈ ਵਿੱਚ ਗਰਸਿਆ ਹੋਇਆ ਹੈ। ਹਉਮੈ ਨੂੰ ਦੂਰ ਕਰਨ ਦੇ ਲਈ ਇਹ ਉਹਨੇ ਉਪਾਅ ਕਰਨੇ ਸੀ, ਪਰ ਇਹ ਉਪਾਅ ਕਰਦਿਆਂ ਵੀ ਮਨ ਵਿੱਚ ਹੰਕਾਰ ਧਰ ਲਿਆ। ਫਿਰ ਜੈਸਾ ਪਹਿਲਾਂ ਹੰਕਾਰੀ ਸੀ ਦਾਨ ਕਰਕੇ ਸਗੋਂ ਜ਼ਿਆਦਾ ਹੋ ਗਿਆ। ਦੇ ਦੇ ਮੰਗੇ ਸਹਸਾ ਗੁਣਾ ਸ਼ੋਭ ਕਰੇ ਸੰਸਾਰ। ਨਾਲੇ ਤੇ ਦੇ ਰਿਹਾ ਤੇ ਨਾਲੇ ਦੁੱਗਣਾ ਮੰਗਦਾ ਹੈ। ਇਹ ਨਹੀਂ ਹੈ ਜੇ ਉਹਨੇ ਲੱਖ ਰੁਪਏ ਦਿੱਤਾ ਹੈ ਗੁਰਦੁਆਰੇ ਮੰਦਰ ਮਸਜਿਦ ਤੋਂ, ਉਹਦੀ ਆਸ ਹੈ ਹੇ ਪ੍ਰਮਾਤਮਾ ਲੱਖ ਦਿੱਤਾ ਹੈ, ਇਹਨੂੰ ਕਰੋੜ ਬਣਾ ਕੇ ਮੈਨੂੰ ਵਾਪਸ ਮੋੜ ਦੇ। ਦੋ ਕੰਮ ਕਿਵੇਂ ਇਕੱਠੇ ਹੋਣਗੇ ਸਾਧ ਸੰਗਤ? ਇੱਕ ਤੇ ਕਹਿੰਦਾ ਮੇਰਾ ਦਾਨ ਵੀ ਦਿੱਤਾ ਲੱਗ ਜਾਏ, ਉੱਤੋਂ ਕਹਿੰਦਾ ਮੇਰੀ ਸ਼ੋਭਾ ਵੀ ਬਣੀ ਰਹੇ। ਸ਼ੋਭਾ ਕੀ, ਮੈਂ ਦਾਨੀ ਸੱਜਣਾ। ਇਕੱਠਾ ਕਿਵੇਂ ਹੋਏਗਾ? ਦਾਨੀ ਨਹੀਂ ਬਣ ਸਕਦਾ ਤੂੰ, ਕਿਉਂਕਿ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਗੁਰਬਾਣੀ ਕਹਿੰਦੀ। ਇਹ ਤਨ ਜਿਹੜਾ ਹੈ ਮਨੁੱਖ ਨੇ ਬਣਾਇਆ ਨਹੀਂ ਹੈ, ਇਹ ਤਨ ਮਿਲਿਆ ਹੋਇਆ ਹੈ। ਕਿਸੇ ਨੇ ਐਸਾ ਕੋਈ ਮਨੁੱਖ ਹੈ ਇੱਥੇ ਜਿਹਨੇ ਕਿਹਾ ਵੀ ਮੈਂ ਅੱਖਾਂ ਆਪਣੀ ਮਰਜ਼ੀ ਨਾਲ ਬਣਾਈਆਂ ਨੇ, ਵੀ ਐਸੀਆਂ ਅੱਖਾਂ ਹੋਣਗੀਆਂ ਮੇਰੀਆਂ, ਦੰਦ ਮੈਂ ਆਪਣੀ ਮਰਜ਼ੀ ਨਾਲ ਬਣਾਏ ਨੇ? ਨਹੀਂ, ਮਿਲੇ ਨੇ। ਮਨੁੱਖ ਨੇ ਤੇ ਐਕਸੈਪਟ ਕੀਤਾ ਜੋ ਵੀ ਉਹਨੂੰ ਮਿਲਿਆ ਸਰੀਰ ਦੇ ਰੂਪ ਵਿੱਚ। ਜੈਸਾ ਵੀ ਸਰੀਰ ਮਿਲਿਆ ਉਹਨੂੰ ਐਕਸੈਪਟ ਕਰਨਾ ਪਿਆ। ਕਈ ਜੰਮਦੇ ਲੱਤਾਂ ਨਹੀਂ ਹੈ, ਜੰਮਦੇ। ਹੁਣ ਉਹਨਾਂ ਦੀ ਇਹਦੇ ਵਿੱਚ ਕੋਈ ਦਿੱਕਤ ਨਹੀਂ, ਉਹ ਤੇ ਰੱਬ ਨੇ ਦਿੱਤੀਆਂ ਨੇ। ਹੁਣ ਇਹ ਨਹੀਂ ਨਾ ਕਹਿ ਸਕਦੇ ਮੈਂ ਐਸੀਆਂ ਮੰਗੀਆਂ ਸਨ, ਨਹੀਂ, ਉਹਨੇ ਦਿੱਤੀਆਂ ਨੇ। ਜੈਸਾ ਮਿਲੀਆਂ ਨੇ ਵੈਸੀਆਂ ਦਿੱਤੀਆਂ ਨੇ। ਇਸ ਕਰਕੇ ਮਹਾਰਾਜ ਜੀ ਨੂੰ ਬਾਰ-ਬਾਰ ਬੇਨਤੀਆਂ ਕਰਦਾ ਰਿਹਾ। ਅੰਤ ਦੇ ਵਿੱਚ ਮਹਾਰਾਜ ਜੀ ਨੂੰ ਕਈ ਪਿੰਡਾਂ ਦਾ ਪਤਾ ਲਿਖ ਕੇ ਦੇ ਗਿਆ ਹੈ। ਇਹ ਸਭ ਨਿਰਣੈ ਆਗੈ ਕਰ ਹੈ, ਜਹਾਂ ਸੁਧਾਸਰ ਕਥਾ ਉਚਰ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਨਿਰਣਾ ਅਸੀਂ ਅੱਗੇ ਕਰਾਂਗੇ। ਵੈਸੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ, ਉਹ ਕਹਿੰਦੇ ਨੇ ਅਸਲ ਦੇ ਵਿੱਚ ਜਿਹੜਾ ਪਟਾ ਲਿਖ ਕੇ ਦੇ ਕੇ ਗਿਆ ਨਾ ਅਕਬਰ, ਗੁਰੂ ਸਾਹਿਬ ਜੀ ਨੇ ਆਲੇ ਵਿੱਚ ਰੱਖ ਦਿੱਤਾ ਸੀ ਉਹ ਕਾਗਜ਼। ਕਹਿੰਦੇ ਕਈ ਸਾਲਾਂ ਬਾਅਦ ਉਹ ਆਲੇ ਚੋਂ ਕਾਗਜ਼ ਚੁੱਕਿਆ। ਕਹਿੰਦੇ ਇਹ ਕੀ? ਕਹਿੰਦੇ ਪਟਾ ਸੀ ਕਈ ਪਿੰਡਾਂ ਦਾ। ਕਹਿੰਦੇ ਮਹਾਰਾਜ ਜੀ ਵਰਤ ਲਓ। ਕਹਿੰਦੇ ਨਹੀਂ। ਕਹਿੰਦੇ ਉਹ ਕਹਿੰਦਾ ਸੀ ਮਹਾਰਾਜ ਆਪ ਕਈ ਪਿੰਡਾਂ ਦਾ ਪਟਾ ਹੈ, ਕਈ ਪਿੰਡਾਂ ਦੀ ਜਗੀਰ ਤੁਹਾਨੂੰ ਮਿਲ ਜਾਏਗੀ ਤੇ ਇਹਦੇ ਨਾਲ ਲੰਗਰ ਚਲਾਇਆ ਕਰੋ। ਮਹਾਰਾਜ ਕਹਿੰਦੇ ਨਹੀਂ, ਇਹ ਜਿਹੜਾ ਲੰਗਰ ਹੈ ਇਹ ਤੇ ਕਿਰਤੀ ਸਿੱਖ ਆਪਣੇ ਘਰੋਂ ਇੱਕ ਇੱਕ ਬਾਟੀ ਆਟੇ ਦੀ ਲਿਆਉਣਗੇ, ਇੱਕ ਇੱਕ ਦਾਣਾ ਇਕੱਠਾ ਹੋਇਆ ਕਰੇਗਾ। ਲੰਗਰ ਤਾਂ ਹੀ ਚੱਲ ਸਕਦਾ ਹੈ, ਲੰਗਰ ਕਿਸੇ ਇੱਕ ਦਾ ਨਹੀਂ ਹੋ ਸਕਦਾ। ਕਹਿੰਦੇ ਜੇ ਇਕੱਲਾ ਚਲਾਉਣ ਲੱਗ ਗਿਆ ਫਿਰ ਇਹ ਜ਼ਿਆਦਾ ਦਿਨ ਨਹੀਂ ਚੱਲੇਗਾ। ਇਹ ਤੇ ਕੋਈ ਕਿਸੇ ਦੇ ਕੈਸੇ ਕਰਮ ਨੇ, ਕਿਸੇ ਦੇ ਕਿਹੋ ਜਿਹੇ ਕਰਮ ਨੇ। ਅੱਡ ਅੱਡ ਕਰਮਾਂ ਦੇ ਮਨੁੱਖ ਇਕੱਠੇ ਹੋ ਕੇ ਆਉਣ ਕਰਨਗੇ, ਸਾਰਿਆਂ ਦੇ ਘਰਾਂ ਦਾ ਤਿਨਕਾ ਪਏਗਾ ਤੇ ਸਾਰਿਆਂ ਦਾ ਹੀ ਭਲਾ ਹੋ ਜਾਏ ਕਰੇਗਾ। ਔਰ ਸਾਧ ਸੰਗਤ ਕਿੱਡਾ ਵੱਡਾ ਪੁੰਨ ਹੈ ਐਸੇ ਕਿਸੇ ਨੂੰ ਲੰਗਰ ਛਕਾਉਣ ਦਾ। ਮੈਨੂੰ ਕਈ ਵਾਰੀ ਯਾਦ ਆਉਂਦਾ ਹੈ, ਕਹਿੰਦੇ ਕਿਸੇ ਮਨੁੱਖ ਦੇ ਘਰ ਬੜੀ ਦਰਿਦਰਤਾ ਸੀ, ਝੁੱਗੀ ਵਿੱਚ ਰਹਿੰਦਾ ਸੀ, ਚਿੜਾ ਤੇ ਚਿੜੀ ਉਹਦੇ ਵਿੱਚ ਰਹਿੰਦੇ ਹੁੰਦੇ ਸਨ। ਕਹਿੰਦੇ ਦੋਵੇਂ ਆਪਸ 'ਚ ਕਹਾਣੀ ਹੈ, ਵਿਚਾਰ ਕਰਦੇ ਨੇ ਵੀ ਇਹਦੀ ਗਰੀਬੀ ਬੜੀ ਹੈ, ਕਿਉਂ ਨਾ ਅਸੀਂ ਇਹਦੀ ਗਰੀਬੀ ਕੱਟ ਦਈਏ। ਕਹਿੰਦੇ ਠੀਕ ਹੈ। ਉਹਨਾਂ ਦੇ ਘਰ ਆਟਾ ਹੁੰਦਾ ਸੀ, ਉਹਨਾਂ ਨੇ ਚੁੰਝ ਭਰਨੀ ਤੇ ਜਾ ਕੇ ਜਿੱਥੇ ਕੋਈ ਧਰਮ ਦੇ ਅਰਥ ਲੋਕੀ ਬੈਠੇ ਹੁੰਦੇ ਸਨ ਉੱਥੇ ਜਾ ਕੇ ਚੁੰਝਾਂ ਪਾ ਕੇ ਆਟਾ ਰੱਖਣਾ ਸ਼ੁਰੂ ਕਰ ਦਿੱਤਾ। ਕਹਿੰਦੇ ਹੁਣ ਉਹਨੂੰ ਤੇ ਨਹੀਂ ਸੀ ਪਤਾ ਵੀ ਮੇਰਾ ਕਰਮ ਸ਼ੁਭ ਹੋ ਰਿਹਾ, ਕਿ ਕਰਮ ਵੱਡਾ ਹੋ ਰਿਹਾ। ਆਖਰਕਾਰ ਉਹਦੀ ਕਮਾਈ 'ਚੋਂ ਜਾ ਰਿਹਾ ਸੀ। ਹੁੰਦਿਆਂ ਉਹਦੇ ਕਰਮ ਵਧਣ ਲੱਗੇ, ਘਰ ਮਾਇਆ ਆਉਣ ਲੱਗੀ। ਕਹਿੰਦੇ ਹੁਣ ਝੁੱਗੀ ਤੋੜੋ ਤੇ ਘਰ ਬਣਾਉਣ ਲੱਗੇ। ਕਹਿੰਦੇ ਆਹ ਬੀਜੜਿਆਂ ਦਾ ਜਿੰਨਾ ਆਲਣਾ ਪਿਆ ਵੀ ਤੋੜੋ। ਉਹ ਤੋੜ ਕੇ ਉਹਨਾਂ ਨੂੰ ਭਜਾ ਦਿੱਤਾ। ਕਹਿੰਦੇ ਚੰਗਾ ਕੰਮ ਬਣਿਆ। ਹੁਣ ਉਹਨਾਂ ਨੂੰ ਤੇ ਨਹੀਂ ਨਾ ਪਤਾ। ਉਹ ਕਹਿੰਦੇ ਨੇ ਅੱਛਾ ਅਮੀਰ ਹੋ ਕੇ ਸਾਨੂੰ ਹੀ ਘਰੋਂ ਕੱਢ ਰਹੇ। ਕੋਈ ਸਾਧ ਸੰਗਤ ਜਿਵੇਂ ਜਿਵੇਂ ਮਨੁੱਖ ਅੱਗੇ ਵੱਧਦਾ ਜਾਂਦਾ ਹੈ ਨਾ ਮਾਇਆ ਵੱਲ, ਉਹਦੇ ਅੰਦਰੋਂ ਤਰਸ ਤੇ ਸੰਵੇਦਨਾਵਾਂ ਖਤਮ ਹੁੰਦੀਆਂ ਜਾਂਦੀਆਂ ਨੇ। ਜ਼ਿਆਦਾਤਰ, ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਜ਼ਿਆਦਾਤਰ
ਮਨੁੱਖ ਦੇ ਅੰਦਰੋਂ ਤਰਸ ਖਤਮ ਹੋ ਜਾਂਦਾ। ਗੁਰਬਾਣੀ ਕਹਿੰਦੀ ਹੈ, ਕਿਉਂਕਿ ਜਦੋਂ ਸੁੱਖ ਆਉਂਦਾ ਹੈ ਉਦੋਂ ਪਰਮੇਸ਼ਰ ਭੁੱਲ ਜਾਂਦਾ ਹੈ। ਤਾਂ ਹੀ ਬਾਣੀ ਕਹਿੰਦੀ ਦੁੱਖ ਹੀ ਦਵਾਈ ਹੈ, ਦੁੱਖ ਦਾਰੂ ਸੁੱਖ ਰੋਗ ਪਿਆ। ਸੁੱਖ ਜਦੋਂ ਆਉਂਦਾ ਹੈ ਮਨੁੱਖ ਨੂੰ ਪਰਮੇਸ਼ਰ ਭੁੱਲਦਾ ਹੀ ਭੁੱਲਦਾ ਹੈ। ਫਿਰ ਇਹਦਾ ਜਿਹੜਾ ਉੱਠਣਾ ਤੇ ਬਹਿਣਾ ਬਦਲ ਜਾਂਦਾ ਹੈ। ਰਾਤ ਨੂੰ ਇਹਨੇ 12 ਵਜੇ ਸੌਣਾ ਹੈ, ਸਵੇਰੇ 10 ਵਜੇ ਉੱਠਦਾ ਹੈ। ਫਿਰ ਇਹਦੇ ਕੋਲ ਅੰਮ੍ਰਿਤ ਵੇਲਾ, ਕੋਈ ਪਰਮਾਤਮਾ ਦੀ ਬੰਦਗੀ, ਸਭ ਕੁਝ ਹੀ ਜਾਂਦਾ ਰਹਿੰਦਾ। ਕਿਉਂ? ਫਿਰ ਅਸੀਂ ਅਮੀਰ ਹੋ ਗਏ ਹਾਂ ਨਾ, ਤਾਂ ਕਰਕੇ। ਫਿਰ ਸਤ ਸੰਗਤ ਵਿੱਚ ਆਉਣਾ ਉਹ ਵੀ ਖਤਮ। ਕਿਉਂ? ਜਿਹੜੀ ਚੀਜ਼ ਦੀ ਲੋੜ ਸੀ ਉਹ ਮਿਲ ਗਈ ਹੈ, ਪਦਾਰਥ ਦੀ ਲੋੜ ਸੀ ਉਹ ਮਿਲ ਗਏ ਨੇ, ਵਾਧੂ ਹੋ ਗਏ ਨੇ। ਜਦੋਂ ਕਿਤੇ ਖਤਮ ਹੋਣਗੇ ਫਿਰ ਚਲੇ ਜਾਵਾਂਗੇ। ਉਹ ਚਿੜੀ ਨੇ ਕੀ ਕੀਤਾ, ਫਿਰ ਉਹ ਗੁਰੂ ਘਰ ਚੋਂ ਜਿੱਥੇ ਵੀ ਜਾਂਦੇ ਸੀ ਉੱਥੋਂ ਚੁੰਝਾਂ ਭਰ ਕੇ ਫਿਰ ਉਹਦੇ ਘਰ 'ਚ ਲਿਆਉਣੇ ਸ਼ੁਰੂ ਕਰ ਦਿੱਤੀਆਂ। ਹੁਣ ਉੱਥੋਂ ਆਉਣ ਲੱਗ ਪਿਆ, ਫਿਰ ਉੱਥੇ ਪਹੁੰਚ ਗਿਆ। ਕਿਸੇ ਨੇ ਸਮਝਾਇਆ, ਭਾਈ ਇਹ ਤੇਰੇ ਘਰ ਦਾ ਵਧੀਕੀ ਤਾਂ ਬਣੀ, ਵਧਿਆ ਤਾਂ ਤੇਰੇ ਘਰੋਂ ਦਾਨ ਹੋਣ ਲੱਗ ਪਿਆ। ਕਿਸੇ ਸੰਤ ਮਹਾਂਪੁਰਖ ਨੇ ਦੱਸਿਆ, ਜਿਵੇਂ ਜਿਵੇਂ ਤੂੰ ਵੱਡਾ ਹੁੰਦਾ ਗਿਆ ਲੋਕਾਂ ਦੇ ਘਰ ਹੀ ਜਾੜਤੇ, ਤੂੰ ਉਹਨਾਂ ਦਾ ਘਰ ਜਾੜ ਦਿੱਤਾ, ਉਹਨਾਂ ਫਿਰ ਤੈਨੂੰ ਉੱਥੇ ਲਿਆ ਦਿੱਤਾ। ਇਸ ਕਰਕੇ ਸਾਧ ਸੰਗਤ, ਗੁਰੂ ਸਾਹਿਬ ਜੀ ਨੇ ਉਹ ਜਿਹੜਾ ਪਟਾ ਅਕਬਰ ਦੇ ਕੇ ਗਿਆ, ਆਲੇ ਵਿੱਚ ਹੀ ਰੱਖ ਦਿੱਤਾ ਸੀ। ਕਈ ਸਾਲਾਂ ਬਾਅਦ ਮਹਾਰਾਜ ਜੀ ਨੇ ਚੁੱਕਿਆ ਹੈ। ਦੇ ਕਰ ਗਇਓ ਗ੍ਰਾਮ ਸੁਲਤਾਨ, ਬੈਠੇ ਸੋਬਤ ਗੁਰ ਭਗਵਾਨ। ਜੋ ਕੁਛ ਵੀ ਬਾਦਸ਼ਾਹ ਗੁਰੂ ਜੀ ਨੂੰ ਪਿੰਡਾਂ ਦਾ ਪਟਾ ਦੇ ਕੇ ਚਲਾ ਗਿਆ, ਗੁਰੂ ਸਾਹਿਬ ਜੀ ਗੋਇੰਦਵਾਲ ਸਾਹਿਬ ਬੈਠੇ ਹੀ ਲੋਕਾਂ ਦਾ ਉਧਾਰ ਕਰ ਰਹੇ ਹਨ। ਰਾਮਦਾਸ ਹਿਤ ਗ੍ਰਾਮ ਸਭ, ਲੀਨ ਗੁਰੂ ਮਹਾਰਾਜ। ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਜੀ ਦੀ ਖਾਤਰ ਕਈ ਜਿਹੜੇ ਪਿੰਡ ਹਨ ਉਹਨਾਂ ਨੂੰ ਲੈ ਲਿਆ ਹੈ। ਜਾਨ ਭਵਿਖਿਅਤ ਸਰਬ ਗਾਤ, ਬਰਤਨ ਜਥਾ ਸਮਾਜ। ਮਹਾਰਾਜ ਜਾਣਦੇ ਸਨ ਸਾਨੂੰ ਹੋਰ ਜ਼ਮੀਨ ਖਰੀਦਣੀ ਚਾਹੀਦੀ ਹੈ। ਕਿਉਂ? ਕਿਉਂਕਿ ਅੱਗੇ ਸੰਗਤ ਵਧੇਗੀ। ਸੰਗਤ ਜਿਉਂ-ਜਿਉਂ ਵਧੇਗੀ ਫਿਰ ਉਹਦੇ ਵਾਸਤੇ ਵੱਡੇ ਜਿਹੜਾ ਹਾਲ ਉਹ ਵੀ ਚਾਹੀਦਾ ਹੈ। ਸ੍ਰੀ ਸਤਿਗੁਰ ਇਮ ਭਗਤ ਬਿਖਾਰਤ, ਬਖਸ਼ਿਸ਼ ਕਰਤ ਦੇਖ ਅਰ ਆਰਤ। ਗੁਰੂ ਸਾਹਿਬ ਜੀ ਮਹਾਰਾਜ ਇਸ ਤਰੀਕੇ ਨਾਲ ਲੋੜਵੰਦਾਂ ਦੀ ਮਦਦ ਕਰਦੇ ਨੇ। ਜਿਹੜਾ ਵੀ ਕੋਈ ਦੁਖੀ ਆਉਂਦਾ ਹੈ, ਕੋਈ ਧਰਮ ਨਹੀਂ ਵੇਖ ਰਹੇ, ਕੋਈ ਜਾਤ ਨਹੀਂ ਵੇਖ, ਦੁਖੀ ਕੋਈ ਵੀ ਆਏ, ਸਾਧ ਸੰਗਤ ਜਦੋਂ ਵੀ ਕੋਈ ਦੁਖੀ ਹੁੰਦਾ ਹੈ ਨਾ, ਦੁਖੀ ਹਿਰਦੇ ਨਾਲ ਪੁਕਾਰ ਕਰੇ, ਜਦੋਂ ਚੋਖਾ ਹੀ ਦੁਖੀ ਹੋ ਜਾਏ, ਉਹ ਮਨੁੱਖ ਦੀਆਂ ਜਿਹੜੀਆਂ ਅੰਦਰਲੀਆਂ ਭਾਵਨਾਵਾਂ ਨੇ ਨਾ, ਹਰੇਕ ਮਨੁੱਖ ਨੂੰ ਟੱਚ ਕਰਦੀਆਂ ਨੇ, ਹੋਏ ਕਿਸੇ ਵੀ ਧਰਮ ਚੋਂ। ਦੁੱਖ ਸਾਰਿਆਂ ਦਾ ਹੀ ਬਰਾਬਰ ਹੁੰਦਾ ਹੈ। ਕਿਸੇ ਧਰਮ ਦਾ ਦੁੱਖ, ਮਨੁੱਖ ਹੈ ਨਾ, ਮਨੁੱਖ ਦਾ ਦੁੱਖ ਬਰਾਬਰ ਹੀ ਹੁੰਦਾ ਹੈ। ਤੇ ਜਿਹੜਾ ਬੰਦਗੀ ਕਰਨ ਵਾਲਾ ਮਨੁੱਖ ਹੈ ਨਾ, ਉਹ ਆਪਣੇ ਅੰਦਰੋਂ ਨਾ ਹਮੇਸ਼ਾ ਹਰੇਕ ਲਈ ਪ੍ਰਾਰਥਨਾ ਹੀ ਕਰਦਾ ਹੈ, ਹਰੇਕ ਲਈ ਅਰਦਾਸ ਹੀ ਕਰਦਾ ਹੈ, ਪ੍ਰਮਾਤਮਾ ਸਾਰਿਆਂ ਤੇ ਕਿਰਪਾ ਕਰ। ਕਿਉਂ? ਕਿਸੇ ਦਾ ਦੁੱਖ ਨਹੀਂ ਵੇਖ ਸਕਦਾ, ਉਹ ਕਿਸੇ ਦੇ ਦੁੱਖ ਨੂੰ ਉਹ ਵੇਖ ਕੇ ਜਰ ਨਹੀਂ ਸਕਦਾ। ਇਸ ਕਰਕੇ ਗੁਰੂ ਸਾਹਿਬ ਮਹਾਰਾਜ ਬੈਠੇ ਸਨ, ਜਿਹੜਾ ਵੀ ਆਉਂਦਾ ਸੀ ਉਹਨੂੰ ਇੱਕ ਹੀ ਗੱਲ ਕਹਿੰਦੇ, ਭਾਈ ਨਾਮ ਜਪਿਆ ਕਰ, ਪਰਮੇਸ਼ਰ ਨੂੰ ਯਾਦ ਕਰ। ਗੁਰੂ ਜੀ ਜਾਣਦੇ ਨੇ, ਕਿਉਂਕਿ ਮਨੁੱਖ ਦੇ ਦੁੱਖਾਂ ਦਾ ਕਾਰਨ ਪਰਮੇਸ਼ਰ ਦਾ ਭੁੱਲਣਾ ਹੀ ਹੈ। ਆਪਾਂ ਕਈ ਵਾਰੀ ਇਹ ਪੰਕਤੀ ਦੱਸੀ ਹੈ, ਪਰਮੇਸ਼ਰ ਦੇ ਭੁੱਲਿਆ ਵਿਆਪਣ ਸਭੇ ਰੋਗ। ਭਾਵੇਂ ਸਰੀਰਿਕ ਰੋਗ ਨੇ, ਭਾਵੇਂ ਮਾਨਸਿਕ ਰੋਗ ਨੇ, ਭਾਵੇਂ ਅਧਿਆਤਮਿਕ ਰੋਗ ਨੇ, ਪਰਮੇਸ਼ਰ ਦਾ ਭੁੱਲਣਾ ਹੀ ਰੋਗ ਦਾ ਵੱਡਾ ਕਾਰਨ ਹੈ। ਛੋਟੀ ਸੁਤਾ ਸੇਵ ਨਿਤ ਕਰੈ, ਲਖੈ ਪ੍ਰਭੂ ਇਮ ਭਾਉ ਸੁਖ ਧਰੈ। ਮਹਾਰਾਜ ਸਾਹਿਬ ਜੀ ਦੀ ਜਿਹੜੀ ਛੋਟੀ ਬੇਟੀ ਹੈ, ਪੁੱਤਰੀ ਭਾਨੀ ਜੀ ਹਨ ਮਹਾਰਾਜ ਦੇ, ਉਹ ਗੁਰੂ ਸਾਹਿਬ ਜੀ ਦੀ ਬੜੀ ਸੇਵਾ ਕਰਦੇ ਹਨ। ਪਿਤ ਕਰ ਨਹਿ ਜਾਣੈ ਬਹੁ ਸਿਆਣੀ, ਭਾਉ ਭਗਤ ਕੋ ਤਨ ਜਨ ਭਾਨੀ। ਗੁਰੂ ਸਾਹਿਬ ਜੀ ਮਹਾਰਾਜ ਇਹ ਸਮਝਦੇ ਨੇ, ਜਿਹੜੇ ਬੀਬੀ ਭਾਨੀ ਜੀ ਹਨ ਉਹ ਬਹੁਤ ਹੀ ਸਿਆਣੇ ਹਨ ਅਤੇ ਬਹੁਤ ਹੀ ਭਾਉ ਭਗਤੀ ਦੇ ਨਾਲ ਸੇਵਾ ਕਰਦੇ ਹਨ। ਮਨੋ ਕੀਰਤੀ ਰੂਪ ਕਰਿਓ ਹੈ, ਕੈਰੀ ਸ੍ਰੀ ਨਿਜ ਬੇਸ ਧਰਿਓ ਹੈ। ਉਹਨਾਂ ਨੇ ਕਦੇ ਵੀ ਗੁਰੂ ਅਮਰਦਾਸ ਜੀ ਨੂੰ ਪਿਤਾ ਸਮਝ ਕੇ ਸੇਵਾ ਨਹੀਂ ਕੀਤੀ, ਗੁਰੂ ਸਮਝ ਕੇ ਸੇਵਾ ਕੀਤੀ ਹੈ। ਹਮੇਸ਼ਾ ਗੁਰੂ ਸਮਝ ਕੇ ਸੇਵਾ ਕਰਦੇ ਨੇ। ਕਹਿੰਦੇ ਇਵੇਂ ਲੱਗਦਾ ਜਿਵੇਂ ਕੀਰਤੀ ਦਾ ਹੀ ਰੂਪ ਨੇ, ਬੰਦਗੀ ਬੜੀ ਕਰਦੇ ਨੇ, ਬਾਰ-ਬਾਰ ਬੰਦਗੀ ਕਰਦੇ ਨੇ। ਕਵੀ ਜੀ, ਕਿਉਂਕਿ ਕਵੀ ਨੇ, ਉਹ ਕਹਿੰਦੇ ਨੇ ਮੈਨੂੰ ਐਵੇਂ ਲੱਗਦਾ ਹੈ, ਕਿਉਂਕਿ ਬੰਦਗੀ ਕਰਨ ਵਾਲੇ ਦਾ ਰੂਪ ਹੀ ਵੱਖਰਾ ਹੁੰਦਾ ਹੈ। ਕਹਿੰਦੇ ਮੈਨੂੰ ਇਵੇਂ ਲੱਗਦਾ ਹੈ ਜਿਵੇਂ ਉਹਨਾਂ ਨੇ ਲక్ష్ਮੀ ਜੀ ਦਾ ਰੂਪ ਧਾਰਿਆ ਹੁੰਦਾ ਹੈ।
ਵੱਡ ਭਾਗਾ ਪਤ ਬ੍ਰਤਾ ਸੁਸ਼ੀਲਾ ਨਮ ਭ੍ਰੋਤ ਨਿਤ ਸੁਮਿਤ ਰਹੀਲਾ। ਵੱਡੇ ਭਾਗਾਂ ਵਾਲੇ ਸਨ, ਪਤੀਵ੍ਰਤਾ ਸਨ, ਸੁਸ਼ੀਲ ਸਨ ਅਤੇ ਸ੍ਰੇਸ਼ਟ ਬੁੱਧੀ ਵਾਲੇ ਸਨ। ਕਿਉਂਕਿ ਸਾਧ ਸੰਗਤ ਜਿਵੇਂ ਜਿਵੇਂ ਮਨੁੱਖ ਬੰਦਗੀ ਕਰਦਾ ਉਹਦੀ ਜਿਹੜੀ ਬੁੱਧੀ ਹੈ ਉਹ ਵੈਸੇ ਹੀ ਸ੍ਰੇਸ਼ਟ ਹੁੰਦੀ ਜਾਂਦੀ ਹੈ। ਕਿਉਂਕਿ ਜਿਵੇਂ ਜਿਵੇਂ ਵਿਕਾਰਾਂ ਦੀ ਮੈਲ ਉਤਰਦੀ ਹੈ, ਜਿਵੇਂ ਜਿਵੇਂ ਵਿਕਾਰ ਬੰਧਨ ਕੱਟੇ ਜਾਂਦੇ ਨੇ, ਉਵੇਂ ਉਵੇਂ ਮਨੁੱਖ ਦੀ ਜਿਹੜੀ ਬੁੱਧੀ ਹੈ ਉਹ ਸ੍ਰੇਸ਼ਟ ਹੁੰਦੀ ਜਾਂਦੀ ਹੈ। ਅਪਰ ਨਿਕਟ ਕੋ ਹੋਣ ਨਾ ਪਾਵੇ ਇਹ ਧਰ ਸਰਦਾ ਸੇਵ ਕਮਾਵੇ। ਹੋਰ ਕਿਸੇ ਨੂੰ ਗੁਰੂ ਜੀ ਪਾਸ ਜਾਣ ਨਹੀਂ ਸੀ ਦਿੰਦੇ। ਭਾਵ ਗੁਰੂ ਸਾਹਿਬ ਜੀ ਸੇਵਾ ਆਪ ਕਰਦੇ ਸਨ ਤੇ ਬੜੀ ਨਿਮਰਤਾ ਦੇ ਨਾਲ ਹਮੇਸ਼ਾ ਹੀ ਗੁਰੂ ਘਰ ਸੇਵਾ ਕਰਦੇ ਹਨ। ਜਥਾ ਪ੍ਰਸੰਨ ਹੋਏ ਪਿਤ ਹੇਰ ਤਥਾ ਕਰਹਿ ਨਿਤ ਸੇਵ ਬਡੇਰ। ਅਤੇ ਇਹ ਵੇਖਦੇ ਸਨ ਵੀ ਮੈਂ ਕਿਹੜੀ ਸੇਵਾ ਕਰਾਂ ਜਿਹਦੇ ਨਾਲ ਗੁਰੂ ਜੀ ਪ੍ਰਸੰਨ ਹੋ ਜਾਣ, ਉਹੋ ਜੀ ਸੇਵਾ ਹੀ। ਕਿਉਂਕਿ ਸਾਧ ਸੰਗਤ ਗੁਰਬਾਣੀ ਕਹਿੰਦੀ ਨੀਵਣ ਸੋ ਅੱਖਰ ਖਮਣ ਗੁਣ ਜਿਹਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਜਿਹੜਾ ਮਨੁੱਖ ਹਮੇਸ਼ਾ ਨਿਵਾਣਤਾ ਵਿੱਚ ਚੱਲਦਾ, ਨਿਮਰਤਾ ਵਿੱਚ ਚੱਲਦਾ ਹੈ। ਦੂਜੀ ਗੱਲ ਖਮਣ ਹਮੇਸ਼ਾ ਸਹਾਰਦਾ ਹੈ। ਤੀਜੀ ਗੱਲ ਜਿਹਬਾ ਮਣੀਆਂ ਮੰਤ, ਜਿਹਨੂੰ ਇਹ ਤਿੰਨ ਗੱਲਾਂ ਯਾਦ ਨੇ, ਕਹਿੰਦੇ ਇਹ ਤਿੰਨ ਗੱਲਾਂ ਜਿਹਦੇ ਕੋਲ ਹੋਣ ਪਰਮਾਤਮਾ ਉਹਦੇ ਵਸ ਵਿੱਚ ਆ ਜਾਂਦਾ ਹੈ। ਪਹਿਲੀ ਗੱਲ ਨਿਮਰਤਾ ਵਿੱਚ ਰਹਿਣਾ, ਬਹੁਤ ਕੁਝ ਹੁੰਦਿਆਂ ਵੀ ਕੁਝ ਨਾ ਵਿਖਾਉਣਾ, ਸ੍ਰੇਸ਼ਟ ਗਿਆਨ ਹੁੰਦਿਆਂ ਵੀ ਕਿਸੇ ਨੂੰ ਨਾ ਦੱਸਣਾ। ਨਾ ਦੱਸਣ ਦਾ ਭਾਵ ਇਹ ਨਹੀਂ ਆਪਣੇ ਆਪ ਨੂੰ ਜਣਾਉਣਾ ਨਹੀਂ। ਬਹੁਤ ਜ਼ਿਆਦਾ ਧਨ ਵੀ ਹੋਏ ਤਾਂ ਵੀ ਨਹੀਂ ਜਣਾਉਣਾ, ਬਹੁਤ ਜ਼ਿਆਦਾ ਗਿਆਨ ਹੋਏ ਤਾਂ ਵੀ ਨਹੀਂ ਜਣਾਉਣਾ। ਦੂਜੀ ਗੱਲ ਸਹਾਰਨਾ, ਹਮੇਸ਼ਾ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ, ਜੋ ਪਰਮੇਸ਼ਰ ਕਰ ਰਿਹਾ ਉਹਨੂੰ ਸੱਚ ਕਰਕੇ ਮੰਨਣਾ। ਤੀਜੀ ਗੱਲ ਜਿਹਬਾ ਮਣੀਆਂ ਮੰਤ, ਜੀਵ ਦੇ ਨਾਲ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਜੋ ਵੀ ਨਾਮ ਹੈ ਪਰਮੇਸ਼ਰ ਦਾ ਨਾਮ ਕਰਦੇ ਰਹਿਣਾ। ਵਾਹਿਗੁਰੂ ਵਾਹਿਗੁਰੂ ਜਪਣਾ, ਰੱਬ ਰੱਬ ਜਪਣਾ ਹਮੇਸ਼ਾ ਜੀਭ ਥਾਣੀ। ਹਮੇਸ਼ਾ ਪਰਮਾਤਮਾ ਦੀ ਬੰਦਗੀ ਕਰਦੇ ਰਹਿਣਾ। ਜਿਵੇਂ ਇਹ ਤਿੰਨ ਗੁਣ ਅਗਰ ਮਨੁੱਖ ਦੇ ਵਿੱਚ ਹੋਣ, ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹਨੇ ਇਹ ਤਿੰਨ ਗੁਣਾਂ ਦਾ ਸ਼ਿੰਗਾਰ ਕੀਤਾ ਹੋਇਆ ਹੈ, ਪਰਮਾਤਮਾ ਪ੍ਰਭੂ ਪਤੀ ਪਰਮਾਤਮਾ ਉਸ ਦੇ ਵਸ ਵਿੱਚ ਆ ਜਾਂਦਾ ਹੈ। ਪਹਿਰ ਰਾਤ ਤੇ ਕਰਹਿ ਸਨਾਨ ਤਬ ਪਹੁੰਚੈ ਦਰਸ਼ਨ ਹਿਤ ਠਾਨ। ਪੈਰ ਰਾਤ ਰਹਿੰਦੇ ਆਂ 12-1 ਵਜੇ ਦਾ ਸਮੇਂ ਤੋਂ ਹੀ ਪੈਰ ਰਾਤ ਰਹਿੰਦੇ ਆਂ ਇਸ਼ਨਾਨ ਕਰਦੇ ਸਨ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਚਲੇ ਜਾਂਦੇ ਸਨ। ਮਨ ਕਰ ਬੰਧਨ ਕਰਹਿ ਸਜੀਵ ਪਿਤਾ ਪਰਮੇਸ਼ਰ ਜਾਣੈ ਜੀਵ। ਸਦਾ ਮਨ ਦੇ ਵਿੱਚ ਸ਼ਰਧਾ ਧਾਰ ਕੇ ਬੰਦਨਾ ਕਰਦੇ ਸਨ। ਹਮੇਸ਼ਾ ਹੀ ਗੁਰੂ ਜੀ ਅੱਗੇ ਹੱਥ ਜੋੜੀ ਰੱਖਣੇ ਤੇ ਗੁਰੂ ਸਾਹਿਬ ਜੀ ਨੂੰ ਪਰਮੇਸ਼ਰ ਸਮਝ ਕੇ ਪੂਜਾ ਕਰਦੇ ਸਨ। ਬਹੁਰ ਸੇਵ ਹਿਤ ਜਬ ਕਬ ਆਵੇਂ ਭਾਨੀ ਤ੍ਰਿਤ ਗੁਰੂ ਮਨ ਭਾਵੈ। ਜਦੋਂ ਵੀ ਸ਼ਰਧਾ ਭਾਵਨਾ ਨਾਲ ਸੇਵਾ ਕਰਨ ਆਉਂਦੇ ਸਨ, ਉਹਨਾਂ ਦੀ ਕ੍ਰਿਤ ਵੇਖ ਕੇ, ਕਿਉਂਕਿ ਸਾਧ ਸੰਗਤ ਸ਼ਰਧਾ ਦੇ ਨਾਲ ਕੀਤੀ ਹੋਈ ਸੇਵਾ, ਬਾਣੀ ਕਹਿੰਦੀ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਇੱਕ ਹੁੰਦਾ ਬੱਧੇ ਚੱਟੇ ਵਿੱਚ ਕੰਮ ਕਰਨਾ, ਇੱਕ ਹੁੰਦਾ ਖੁੱਲ੍ਹਾ ਹੀ ਸੇਵਾ ਹਿਤ ਕਰਨਾ, ਹਮੇਸ਼ਾ ਆਨੰਦ ਦੇ ਵਿੱਚ ਕਰਨਾ। ਜਿਹੜੀ ਵੀ ਗੱਲ ਕਰਨੀ ਹੱਸ ਕੇ ਕਰਨੀ, ਭਾਵੇਂ ਕੰਮ ਕੋਈ ਵੀ ਕਰਦਾ ਹੈ। ਸੇਵਾ ਕਰਨੀ ਹੈ, ਭਾਵੇਂ ਸਾਧ ਸੰਗਤ ਅਸੀਂ ਡਿਊਟੀ ਹੋਈ ਕਰਦੇ ਹਾਂ। ਜੇ ਮਨੁੱਖ ਕਿਸੇ ਵੀ ਥਾਂ ਤੇ ਡਿਊਟੀ ਹੋਈ ਕਰਦਾ ਹੈ, ਪਰ ਉਹਨੂੰ ਸੇਵਾ ਸਮਝ ਕੇ ਕਰੇਗਾ, ਆਪਣਾ ਸਮਝ ਕੇ ਕਰੇਗਾ, ਉਹ ਵੀ ਮਨੁੱਖ ਦੀ ਸੇਵਾ ਹੀ ਮੰਨੀ ਜਾਂਦੀ ਹੈ। ਇੱਕ ਦਿਨ ਬੈਠੀ ਬਨ ਕੈ ਦੀਨ ਬਿਨਤੀ ਸਹਿਤ ਬੋਲਬੋ ਕੀਨ। ਬੀਬੀ ਭਾਨੀ ਜੀ ਇੱਕ ਦਿਨ ਬੜੇ ਨਿਮਾਣੇ ਜਿਹੇ ਹੋ ਕੇ ਦੀਨ ਹੋ ਕੇ ਬੈਠੇ ਸਨ ਤੇ ਗੁਰੂ ਜੀ ਦੇ ਸਾਹਮਣੇ ਹੱਥ ਜੋੜੇ। ਹੱਥ ਜੋੜ ਕੇ ਉਹਨਾਂ ਨੇ ਨਿਮਾਣੇ ਹੋ ਕੇ ਬੇਨਤੀ ਕੀਤੀ ਹੈ। ਪਿਤ ਜੀ ਬੜੇ ਸ਼ਰੀਕ ਹਮਾਰੇ ਅਧਿਕ ਧਨੀ ਗਨ ਹਿਰਦੇ ਅਹੰਕਾਰੇ। ਕਹਿੰਦੇ ਪਿਤਾ ਜੀ ਅਸੀਂ ਗਰੀਬ ਆ, ਸਾਡੇ ਜਿਹੜੇ ਨਾਲ ਦੇ ਨੇ ਉਹ ਬੜੇ ਅਮੀਰ ਨੇ। ਸੱਚੇ ਪਾਤਸ਼ਾਹ ਅਮੀਰ ਨੇ, ਅਮੀਰ ਹੋਣ ਕਰਕੇ ਉਹਨਾਂ ਦੇ ਵਿੱਚ ਹੰਕਾਰ ਵੀ ਝਲਕਦਾ ਹੈ। ਸਰਬ ਸਰੀਕਣ ਉੱਚਾ ਬੋਲੇ ਵਸਤਰਨ ਪਹਿਰੇ ਦੇ ਬਹੁ ਮੋਲੇ। ਮਹਾਰਾਜ ਜਿਹੜੀਆਂ ਸਾਰੀਆਂ ਸਾਡੀਆਂ ਸ਼ਰੀਕਣਾਂ ਨੇ
ਉਹਨਾਂ ਕੋਲ ਬੜੇ ਮਹਿੰਗੇ ਮਹਿੰਗੇ ਵਸਤਰ ਨੇ, ਮਹਿੰਗੇ ਮਹਿੰਗੇ ਵਸਤਰ ਪਾਉਂਦੀਆਂ ਨੇ ਤੇ ਬੜੇ ਉੱਚੇ ਬੋਲ ਬੋਲਦੀਆਂ ਨੇ। ਉੱਚੇ ਬੋਲ ਦਾ ਮਤਲਬ ਸਾਧ ਸੰਗਤ ਹੰਕਾਰ ਦੇ ਵਿੱਚ ਬੋਲਣਾ। ਉੱਚਾ ਬੋਲ ਕਿਹੜਾ ਹੁੰਦਾ? ਉੱਚਾ ਬੋਲ ਇਹ ਜਿਹੜੇ ਬੋਲਦਾ, ਕਿਉਂਕਿ ਬਾਣੀ ਦੇ ਵਿੱਚ ਤੇ ਮਹਾਰਾਜ ਕਹਿੰਦੇ ਨੇ ਕਦੇ ਵੀ ਉੱਚਾ ਤੇ ਬੋਲ ਹੀ ਨਾ, ਨੀਵਾਂ ਰਹਿਣ 'ਚ ਹੀ ਫਾਇਦਾ ਹੈ। ਕਿਉਂਕਿ ਸਾਧ ਸੰਗਤ ਦੁਨੀਆ ਦੇ ਵਿੱਚ ਸਥਿਰਤਾ ਨਹੀਂ ਹੈ, ਕਿਸੇ ਵੀ ਚੀਜ਼ ਦੀ ਸਥਿਰ ਨਹੀਂ ਹੈ। ਕੋਈ ਵੀ ਚੀਜ਼, ਭਾਵੇਂ ਕਿਸੇ ਕੋਲ ਅੱਜ ਸਰੀਰ ਹੈ, ਸਰੀਰ ਵੀ ਸਥਿਰ ਨਹੀਂ ਹੈ। ਸਰੀਰ ਕਦੋਂ ਤਾਈਂ ਰਹਿਣਾ ਇਹ ਮਾਲੂਮ ਨਹੀਂ ਹੈ। ਜੇ ਕਿਸੇ ਕੋਲ ਅੱਜ ਪਾਵਰ ਹੈ, ਭਾਵੇਂ ਪੈਸੇ ਦੀ ਹੈ, ਭਾਵੇਂ ਮਨੁੱਖਾਂ ਦੀ ਹੈ, ਉਹ ਸਥਿਰ ਨਹੀਂ ਹੈ। ਕੀ ਪਤਾ ਅੱਜ ਨਹੀਂ ਹੈ, ਕੱਲ ਨੂੰ, ਅੱਜ ਹੈ ਕੱਲ ਨਾ ਹੋਵੇ, ਇਹ ਕੀ ਪਤਾ। ਇਹ ਤੇ ਜਦੋਂ ਮਨੁੱਖ ਡਿੱਗਣ ਤੇ ਆਉਂਦਾ, ਪੁੱਠੇ ਦਿਨ ਪੈਂਦੇ ਨੇ, ਰਾਤੋਂ ਰਾਤ ਹੀ ਪੈਂਦੇ ਰਹਿੰਦੇ ਨੇ। ਜਿਵੇਂ ਜਿਵੇਂ ਮਨੁੱਖ, ਕਿਉਂਕਿ ਜਿਵੇਂ ਜਿਵੇਂ ਹੰਕਾਰ ਕਰੇਗਾ, ਹੰਕਾਰ ਵਧੀ ਜਾਂਦਾ ਹੈ। ਜਿਵੇਂ ਆਪਣੀ ਚਰਮ ਸੀਮਾ ਫੜ ਲਏਗਾ, ਫਿਰ ਪੁੱਠਾ ਸ਼ੁਰੂ ਹੋ ਜਾਏਗਾ, ਕਿ ਇੱਕ ਦਿਨ ਤੇ ਥੱਲੇ ਆਉਣਾ ਹੀ ਹੈ। ਇਸ ਕਰਕੇ ਮਹਾਰਾਜ ਜੀ ਨੂੰ ਕਹਿੰਦੇ, ਮਹਾਰਾਜ ਉਹ ਮਹਿੰਗੇ ਵਸਤਰ ਪਾਉਂਦੀਆਂ ਨੇ ਤੇ ਹਮੇਸ਼ਾ ਹੀ ਸਾਨੂੰ ਗੱਲਾਂ ਕਰਦੀਆਂ ਹਨ। ਕੰਚਨ ਕੇ ਭੂਖਨ ਬਹੁ ਪਾਵਹਿ, ਹਮਕੋ ਤਰਕੈ ਉਰ ਗਰਭਾਵਹਿ। ਸਾਧ ਸੰਗਤ ਇਹ ਮਨੁੱਖ ਦੀ ਵੈਸੇ ਮੁੱਢ ਕਦੀਮੀ ਆਦਤ ਵੀ ਹੈ। ਕਹਿੰਦੇ ਮਹਾਰਾਜ ਉਹ ਸੋਨੇ ਦੇ ਗਹਿਣੇ ਪਾਉਂਦੀਆਂ ਨੇ ਤੇ ਹਿਰਦੇ ਵਿੱਚ ਬੜਾ ਗਰਵ ਕਰਦੀਆਂ ਨੇ, ਔਰ ਮਨੁੱਖ ਦੀ ਆਦਤ ਹੈ। ਮਨੁੱਖ ਜਦੋਂ ਤਾਈਂ ਕੋਈ ਵੀ ਉਹਨੇ ਮਹਿੰਗੀ ਵਸਤੂ ਪਾਈ ਹੈ, ਉਹਦਾ ਕਾਰਨ ਇਹ ਹੀ ਹੈ ਵੀ ਮੈਂ ਗਰਭ ਦੇ ਵਿੱਚ ਕਿਸੇ ਨੂੰ ਵਿਖਾਵਾਂ, ਹੰਕਾਰ ਦੇ ਵਿੱਚ ਕਿਸੇ ਨੂੰ ਵਿਖਾਵਾਂ, ਔਰ ਆਪਣੇ ਆਪ ਤੋਂ ਨੀਵਾਂ ਸਾਬਤ ਕਰਾਂ ਹਰੇਕ ਨੂੰ। ਔਰ ਸਾਧ ਸੰਗਤ ਜਦੋਂ ਮਨੁੱਖ ਕੋਲ ਥੋੜੀ ਜਿਹੀ ਮਾਇਆ ਆਉਂਦੀ ਹੈ, ਉਹਦੇ ਚਿਹਰੇ ਦੇ ਵਿੱਚੋਂ, ਉਹਦੀਆਂ ਬੋਲਾਂ ਦੇ ਵਿੱਚੋਂ ਉਹਦੀ ਝਲਕ ਮਿਲਣੀ ਸ਼ੁਰੂ ਹੋ ਜਾਂਦੀ ਹੈ। ਕਦੀ ਵੇਖ ਲੈਣਾ, ਜਿਹੜੇ ਮਨੁੱਖ ਨੇ ਕਦੀ ਕੁਛ ਨਹੀਂ ਨਾ ਵੇਖਿਆ, ਜਦੋਂ ਕੁਛ ਵੇਖ ਲੈਂਦਾ ਹੈ, ਉਹਦੇ ਚਿਹਰੇ ਦੇ ਵਿੱਚੋਂ ਦੀ ਝਲਕ ਪੈਂਦੀ ਹੈ, ਉਹਦੇ ਬੋਲਾਂ ਚੋਂ। ਉਹ ਕਹਿ ਦਿੰਦਾ ਤੁਸੀਂ ਕਿਵੇਂ ਰਹਿੰਦੇ ਹੋ, ਇਹੋ ਜਿਹੀਆਂ ਗੱਲਾਂ ਅਸੀਂ ਤੇ ਐਵੇਂ ਕਰਦੇ ਹਾਂ, ਫਲਾਣੀ ਥਾਂ ਜਾਂਦੇ ਹਾਂ, ਇਹੋ ਜਿਹੀਆਂ ਗੱਲਾਂ ਮਨੁੱਖ ਅਕਸਰ ਕਹਿੰਦੇ ਸੁਣੇ ਜਾਂਦੇ ਨੇ। ਉਹਦੇ ਜਿਹੜੇ ਬੋਲ ਨੇ ਉਹ ਨਹੀਂ ਬੋਲਦਾ ਹੁੰਦਾ, ਜੋ ਉਹਦੇ ਕੋਲ ਮਾਇਆ, ਜੋ ਉਹਦੀ ਜੇਬ ਵਿੱਚ ਹੈ, ਜੋ ਉਹਦੀ ਪਾਵਰ ਹੈ, ਭਾਵੇਂ ਮਨੁੱਖਾਂ ਦੀ ਹੈ, ਉਹ ਉਹਦਿਆਂ ਬੋਲਾਂ ਦੇ ਵਿੱਚੋਂ ਪ੍ਰਦਰਸ਼ਿਤ ਹੋਣੀ ਸ਼ੁਰੂ ਹੋ ਜਾਂਦੀ ਹੈ। ਸੂਖਮ ਸਿਲਾ ਇੱਕ ਪਰੀ ਨਿਹਾਰੀ, ਏਤਕ ਹੇਮ ਮੈਂ ਹੋਏ ਸਭ ਕਾਰੀ। ਮਹਾਰਾਜ ਸਾਹਿਬ ਜੀ ਨੇ ਇੱਕ ਇੱਟ ਪਈ ਹੈ, ਉਹ ਇੱਟ ਨੂੰ ਜਦੋਂ ਗੁਰੂ ਸਾਹਿਬ ਜੀ ਨੇ ਵੇਖਿਆ ਹੈ, ਬਸਤਰ ਬੇਭੂਖਨ ਹੋਏ ਕਿ ਨਾਹੀ, ਜੇਕਰ ਬਨੇ ਗਹੋਂ ਕਰ ਮਾਹੀ। ਮਹਾਰਾਜ ਜੀ ਕਹਿੰਦੇ ਨੇ ਆ ਇੱਟ ਲੈ ਜਾ, ਕਿਉਂਕਿ ਗੁਰੂ ਸਾਹਿਬ ਜੀ ਨੇ ਨਿਗਾਹ ਪਾਈ, ਮਾਨੋ ਇੱਟ ਨੂੰ ਹੀ ਸੋਨੇ ਦਾ ਬਣਾ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਆ ਇੱਟ ਲੈ ਜਾਓ, ਵੇਚੋ ਇਹਨੂੰ, ਇਹਦੇ ਨਾਲ ਆ ਜਾਣਗੇ ਸਾਰੇ ਵਸਤਰ ਤੇ ਗਹਿਣੇ। ਮਹਾਰਾਜ, ਕਿਉਂਕਿ ਸਾਧ ਸੰਗਤ ਜਿਸ ਦਿਨ ਗੁਰੂ ਸਾਹਿਬ ਜੀ ਸਾਲਸਰਾਏ ਜੋਰੀ ਦੇ ਕੋਲ ਗਏ ਨੇ ਨਾ, ਉਸ ਦਿਨ ਭਾਈ ਮਰਦਾਨੇ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਮੈਨੂੰ ਭੁੱਖ ਲੱਗੀ ਹੈ। ਕਹਿੰਦੇ ਸੱਚੇ ਪਾਤਸ਼ਾਹ ਭੁੱਖ ਲੱਗੀ ਹੈ। ਮਹਾਰਾਜ ਕਹਿੰਦੇ ਜਾਓ, ਬਾਜ਼ਾਰ ਨੇੜੇ ਹੈ, ਲੰਗਰ ਛਕ ਲਓ। ਕਹਿੰਦੇ ਮਹਾਰਾਜ ਪੈਸਿਆਂ ਤੋਂ ਬਿਨਾਂ ਕੌਣ ਰੋਟੀ ਦਿੰਦਾ, ਪੈਸੇ ਦਓਗੇ ਤਾਂ ਕੁਝ ਖਾਵਾਂਗਾ। ਪੰਜਾਬ ਤੋਂ ਤੇ ਕਿੰਨੀ ਦੂਰ ਆ, ਕਈ ਹਜ਼ਾਰਾਂ ਕਿਲੋਮੀਟਰ ਅਸੀਂ ਦੂਰ ਬੈਠੇ ਆ, ਸਾਨੂੰ ਤਾਂ ਕੋਈ ਜਾਣਦਾ ਵੀ ਨਹੀਂ ਇੱਥੇ। ਕਹਿੰਦੇ ਮਹਾਰਾਜ ਜੀ ਨੇ ਆਪਣੇ ਪੈਰਾਂ ਦੇ ਥੱਲੋਂ ਮਿੱਟੀ ਚੁੱਕੀ, ਮਿੱਟੀ ਦੇ ਵਿੱਚੋਂ ਹੀਰਾ ਕੱਢਿਆ। ਕਹਿੰਦੇ ਜਾ ਮਰਦਾਨਿਆ ਹੀਰਾ ਲੈ ਜਾ, ਆ ਹੀਰੇ ਨੂੰ ਵੇਚ ਕੇ ਰੋਟੀ ਖਾ ਲਈ। ਕਹਿੰਦੇ ਵੇਚੀ ਨਾ, ਇਹ ਮਹਿੰਗਾ ਹੀ ਇੰਨਾ ਹੈ, ਇਹਦਾ ਮੁੱਲ ਕਰਾਏਗਾ, ਇਹਨੂੰ ਵੇਖਦੇ ਲੋਕਾਂ ਪੈਸੇ ਦੇਈ ਜਾਣੇ ਨੇ, ਇਹਦੇ ਵੇਖਣ ਦਾ ਹੀ ਮੁੱਲ ਬੜਾ ਹੈ। ਕਿਉਂਕਿ ਸਾਧ ਸੰਗਤ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਜਿਹੜੇ ਬੰਦਗੀ ਕਰਨ ਵਾਲੇ ਪੁਰਸ਼ ਹੁੰਦੇ ਨੇ, ਸਾਧ ਸੰਗਤ ਲੋਹੇ ਨੂੰ ਵੀ ਹੱਥ ਕਰਨ ਪਾਰਸ ਵਰਗੇ ਹੋ ਜਾਂਦੇ ਨੇ। ਜੇ ਕਿਸੇ ਦੀ ਦਰਿਦਰਤਾ ਵੱਲ ਵੇਖ ਲੈਣ, ਕਿਸੇ ਦੀ ਦਰਿਦਰਤਾ ਨੂੰ ਵੇਖ ਕੇ ਤਰਸ ਕਰ ਲੈਣ, ਅਮੀਰੀਆਂ ਦੇ ਝੰਡੇ ਉਹਦੇ ਘਰਾਂ ਤੇ ਚਲਾ ਦਿੰਦੇ ਨੇ ਜਦੋਂ ਆਪਣੇ ਤਰਸ ਤੇ ਆਉਣ। ਮੈਂ ਕਈ ਵਾਰੀ ਆਪ ਜੀ ਦੇ ਸਾਹਮਣੇ ਬੇਨਤੀ ਕੀਤੀ ਹੈ, ਲੁਧਿਆਣੇ ਦੇ ਕੋਲ ਦੀ ਗੱਲ ਹੈ, ਭਾਈ ਵੀਰ ਸਿੰਘ ਨੇ ਲਿਖੀ ਹੈ ਗੁਰਮੁਖ ਸਿੱਖਿਆ 'ਚ। ਉਹ ਕਹਿੰਦੇ ਨੇ ਇੱਕ ਵਾਰ ਕੋਈ ਮਹਾਂਪੁਰਸ਼ ਤੁਰਿਆ ਜਾ ਰਿਹਾ ਸੀ, ਬੰਦਗੀ ਕਰਨ ਵਾਲੀ ਰੂਹ ਸੀ। ਕਿਸੇ ਜੱਟ ਜ਼ਿਮੀਂਦਾਰ ਖੂਹ ਗੇੜ ਰਿਹਾ ਸੀ। ਪਹਿਲੇ ਸਮਿਆਂ 'ਚ ਖੂਹਾਂ ਤੇ ਪਾਣੀ ਲੱਗਦੇ ਸਨ। ਕਹਿੰਦੇ ਉਹ ਕੋਲੋਂ ਜਾ ਰਿਹਾ ਸੀ, ਉਹਨੇ ਸੋਚਿਆ ਕਿਉਂ ਗਰਮੀ ਦਾ ਟਾਈਮ ਹੈ, ਠੰਡਾ ਪਾਣੀ ਹੈ, ਕੱਢ ਰਿਹਾ ਪੀ ਲਾਂ। ਉਹ ਜਾ ਕੇ ਕਹਿੰਦਾ ਜ਼ਿਮੀਂਦਾਰ ਨੂੰ, ਜ਼ਿਮੀਂਦਾਰਾ ਕੋਈ ਪਾਣੀ ਦਾ ਗਲਾਸ ਪਿਆ ਦੇ। ਉਹਨੇ ਉਹਦੇ ਚਿਹਰੇ ਵੱਲ ਵੇਖਿਆ, ਕਹਿੰਦੇ ਮਹਾਰਾਜ ਜੀ ਚਿਹਰੇ ਵੱਲ ਵੇਖ ਕੇ ਸੋਚਦਾ ਇਹ ਕੋਈ ਰੱਬੀ ਰੂਹ ਹੈ। ਕਹਿੰਦੇ ਗਿਆ ਆਪਣੇ ਘਰ, ਜਾ ਕੇ ਉਹਦੇ ਕੋਲ ਕੱਚੀ ਲੱਸੀ, ਦੁੱਧ ਪਿਆ ਸੀ ਉੱਥੇ ਹੀ ਖੇਤ ਤੇ।
ਉਹਨੇ ਦੁੱਧ ਨੂੰ ਕੱਢਿਆ, ਵਿੱਚ ਪਾਣੀ ਦੇ ਪਾਇਆ, ਕੱਚੀ ਲੱਸੀ ਬਣਾ ਕੇ ਅੱਗੇ ਰੱਖੀ। ਕਹਿੰਦੇ ਮਹਾਰਾਜ ਪੀਓ। ਕਹਿੰਦੇ ਮੈਂ ਤੇ ਤੇਰੇ ਤੋਂ ਪਾਣੀ ਮੰਗਿਆ ਸੀ, ਤੂੰ ਕੱਚੀ ਲੱਸੀ ਕਿਉਂ ਪਿਆ ਰਿਹਾ? ਕਹਿੰਦੇ ਮਹਾਰਾਜ ਸਭ ਤੋਂ ਵੱਡੀ ਚੀਜ਼ ਮੇਰੇ ਕੋਲ ਇਹੀ ਹੈ। ਕਹਿੰਦੇ ਸੱਜਣਾ ਤੇਰੇ ਕੋਲ ਸਭ ਤੋਂ ਖੁਸ਼ ਹੋ ਗਏ, ਤੇਰੇ ਕੋਲ ਇਹ ਵੱਡੀ ਚੀਜ਼ ਹੈ। ਕਹਿੰਦੇ ਆਪਣਾ ਹੱਥ ਉਰਾਂ ਕਰ। ਉਹਦਾ ਹੱਥ ਫੜਿਆ, ਕਹਿੰਦੇ ਬੋਲ ਵਾਹਿਗੁਰੂ, ਬੋਲ ਵਾਹਿਗੁਰੂ। 5 ਵਾਰੀ ਉਹਨੂੰ ਕਿਹਾ ਵਾਹਿਗੁਰੂ ਬੋਲ। ਕਹਿੰਦੇ ਜਾ ਹੁਣ ਇਹਨੂੰ ਜਪਿਆ ਕਰ, ਸਾਰੀਆਂ ਭੁੱਖਾਂ ਨਿਕਲ ਜਾਣਗੀਆਂ। ਸਾਧ ਸੰਗਤ ਚਲਾ ਗਿਆ। ਉਹ ਜ਼ਿਮੀਦਾਰ ਹੁਣ ਐਸੀ ਕਿਰਪਾ ਕਰ ਗਏ, ਦਿਨ ਰਾਤ ਆਪਣਾ ਖੂਹ ਗੇੜਦਾ, ਨਾਲ ਰੱਬ ਦਾ ਨਾਂ ਜਪੀ ਜਾਂਦਾ ਹੈ। ਜਦੋਂ ਵੀ ਆਪਣੀ ਪੈਲੀ 'ਚ ਬੀਜ ਸੁੱਟਦਾ, ਨਾਲ ਰੱਬ ਦਾ ਨਾਂ ਲਈ ਜਾਂਦਾ ਹੈ। ਲੋਕਾਂ ਦੀ ਫਸਲ ਘੱਟ ਨਿਕਲਦੀ, ਉਹਦੀ ਵਾਧੂ ਨਿਕਲਦੀ ਹੈ। ਬੀਜ ਵੀ ਪੁੱਟਾ ਸਿੱਧਾ ਹੀ। ਉਹਨੇ ਦਿਨ ਰਾਤ ਹੀ ਮੰਤਰ ਜਪਣਾ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਜਪਦਾ ਹੈ, ਕਹਿੰਦੇ ਲੋਕ ਹੁਣ ਉਹਦੇ ਕੋਲ ਸਲਾਹਾਂ ਲੈਣ ਲਈ ਆਉਂਦੇ ਨੇ। ਸਖਿਨ ਮੈਂ ਨੀਚ ਕੀਟ ਕੋ ਰਾਜ। ਉਹ ਭਾਈ ਵੀਰ ਸਿੰਘ ਜੀ ਲਿਖਦੇ ਨੇ ਬੜੇ ਵੱਡੇ ਸੰਤ ਹੋ ਗੁਜ਼ਰਿਆ ਉਹ ਮਨੁੱਖ। ਸਾਧ ਸੰਗਤ ਸੰਤ ਪੁਰਸ਼ ਬੰਦਗੀ ਕਰਨ ਵਾਲੇ ਐਸੇ ਹੁੰਦੇ ਨੇ, ਹੋਣਾ ਚਾਹੀਦਾ ਬੰਦਗੀ ਕਰਨ ਵਾਲਾ। ਬਾਣੀ ਕਹਿੰਦੀ ਕਰੋੜਾਂ 'ਚ ਇੱਕ ਹੁੰਦਾ ਹੈ। ਕਹਿੰਦੇ ਬੰਦਗੀ ਕਰਨ ਵਾਲਾ ਪਾਰਸ ਦੇ ਤੋਲਾ ਹੈ, ਜੇ ਕਿਤੇ ਲੋਹੇ ਨੂੰ ਵੀ ਹੱਥ ਬਣਾਏ ਸੋਨੇ ਵਰਗਾ ਬਣਾ ਜਾਂਦਾ ਹੈ। ਸਾਧ ਸੰਗਤ ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਨਿਗਾਹ ਮਾਰੀ ਇੱਟ ਵੱਲ, ਇੱਟ ਨੂੰ ਸੋਨੇ ਦੀ ਬਣਾਇਆ ਤੇ ਕਹਿੰਦੇ ਨੇ ਜਾ ਭਾਨੀ ਇਹਨੂੰ ਵੇਚ ਕੇ ਆ ਜਾਣਗੇ ਗਹਿਣੇ, ਗਹਿਣੇ ਅਤੇ ਕੱਪੜੇ ਤੇਰੇ ਕੋਲ ਆ ਸਕਦੇ ਹਨ। ਬਿਰਤ ਜੀ ਆਪ ਸਰਬ ਗਤ ਜਾਨੋ, ਸਭ ਬਿਦ ਸਮਰੱਥ ਚਹੋ ਸੋ ਠਾਨੋ। ਉਹ ਵੇਖੋ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੈਨੂੰ ਨਹੀਂ ਪਤਾ ਇਹਦੇ ਨਾਲ ਕੀ ਆਉਣਾ ਹੈ, ਮੈਨੂੰ ਨਹੀਂ ਪਤਾ ਇਹਦਾ ਕੀ ਮੁੱਲ ਹੈ, ਤੁਸੀਂ ਸਮਰੱਥ ਹੋ, ਤੁਸੀਂ ਜਾਣੋ, ਤੁਹਾਨੂੰ ਹੀ ਇਸ ਦੇ ਮੁੱਲ ਬਾਰੇ ਪਤਾ ਹੈ। ਇਮ ਕਹੈ ਸਿਲਾ ਬਲੋਕੀ ਜਬੈ, ਦਮ ਕਤ ਹੋਈ ਹੇਮ ਕੀ ਸਬੈ। ਜਦੋਂ ਮਹਾਰਾਜ ਜੀ ਨੇ ਇੱਟ ਵੱਲ ਤੱਕਿਆ, ਬੀਬੀ ਭਾਨੀ ਜੀ ਨੇ ਤੱਕਿਆ, ਇਵੇਂ ਲੱਗਦਾ ਹੈ ਉਹ ਸੋਨੇ ਦੀ ਬਣੀ ਹੋਈ ਹੈ। ਪਿਤ ਆਇਸ ਤੇ ਲੀਨ ਉਠਾਏ, ਨਿਜ ਅਰ ਸੁਤ ਕੋ ਭੂਖਨ ਪਾਏ। ਗੁਰੂ ਸਾਹਿਬ ਜੀ ਨੇ ਇੱਟ ਦਿੱਤੀ, ਕਹਿੰਦੇ ਜਾਓ, ਕਿਉਂਕਿ ਗੁਰੂ ਸਾਹਿਬ ਦੇ ਸੇਵਕ ਨੇ। ਕਹਿੰਦੇ ਦੂਜੇ ਦੀ ਚੀਜ਼ ਨੂੰ ਵੇਖ ਕੇ ਤੜਫਣਾ ਨਹੀਂ ਹੈ। ਬੇਨਤੀ ਕਰੋ ਸਾਧ ਸੰਗਤ, ਪ੍ਰੇਮ ਨਾਲ ਕੀਤੀ ਪਰਮਾਤਮਾ ਦੇ ਅੱਗੇ ਬੇਨਤੀ ਕਦੇ ਖਾਲੀ ਨਹੀਂ ਜਾਂਦੀ। ਸਿਰਫ ਮਨੁੱਖ ਦੇ ਅੰਦਰ ਐਸਾ ਪ੍ਰੇਮ ਪਰਮੇਸ਼ਰ ਦਾ ਹੋਣਾ ਚਾਹੀਦਾ ਹੈ। ਪਰਮੇਸ਼ਰ ਬਾਣੀ ਕਹਿੰਦੇ ਤੇਰੇ ਨਿਕਟ ਵਸਦਾ ਹੈ, ਪਰਮਾਤਮਾ ਤੇਰੇ ਨਿਕਟ ਹੈ ਹਜੂਰ ਕਤ ਦੂਰ ਬਤਾਵੋ। ਤੇਰੇ ਬਹੁਤ ਨੇੜੇ ਹੈ, ਤੂੰ ਉਹਨੂੰ ਨੇੜਾ ਹੋ ਕੇ ਸਮਝ, ਉਹਨੂੰ ਨੇੜਾ ਹੋ ਕੇ ਉਹਦੇ ਅੱਗੇ ਬੇਨਤੀ ਕਰ। ਪਰਮਾਤਮਾ ਕਦੇ ਵੀ ਕਿਸੇ ਦੀ ਇੱਛਾ ਖਾਲੀ ਨਹੀਂ ਜਾਣ ਦਿੰਦਾ, ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ। ਇੱਥੋਂ ਤੱਕ ਦੀ ਕਥਾ ਆਪਾਂ ਅੱਜ ਸ਼ਰਵਣ ਕਰਾਂਗੇ।